ਸਾਹਿਬ ਜੀ। ਜਿਉ ਬੁਲਾਵੈ ਤਿਉ ਬੋਲੇ ਸੁਆਮੀ, ਕੁਦਰਤ ਕਵਨੋ ਹਮਾਰੀ। ਸਾਧ ਸੰਗ ਨਾਨਕ ਜਸ ਗਾਇਓ, ਜੋ ਪ੍ਰਭ ਕੀ ਹੱਤ ਪਿਆਰੀ। ਜੇਤਾ ਜਿਉ ਪਿੰਡ ਸਭ ਤੇਰਾ, ਤੂੰ ਅੰਤਰ ਜਾਮੀ ਪੁਰਖ ਭਗਵਾਨ। ਦਾਸਨ ਦਾਸ ਕਹੈ ਜਨ ਨਾਨਕ, ਜੇਹਾ ਤੂੰ ਕਰਾਏ ਤੇਹਾ ਹੋਂ ਕਰੀ ਵਖਿਆਨ। ਤੇਰੇ ਕਵਨ ਕਵਨ ਗੁਣ ਕਹਿ ਕਹਿ ਗਾਵਾਂ, ਤੂੰ ਸਾਹਿਬ ਗੁਣੀ ਨਿਧਾਨਾ। ਤੁਮਰੀ ਮਹਿਮਾ ਬਰਨ ਨ ਸਾਕੋ, ਤੂੰ ਠਾਕੁਰ ਊਚ ਭਗਵਾਨਾ। ਤੁਮਰੀ ਮਹਿਮਾ ਬਰਨ ਨ ਸਾਕੋ, ਤੂੰ ਠਾਕੁਰ ਊਚ ਭਗਵਾਨਾ। ਸੁਖਾ ਟਲ ਗੁਰ ਸੇਵੀਐ, ਐਨਸ ਸਹਿਜ ਸੁਭਾਇ। ਦਰਸ਼ਨ ਪਰਸੈ ਗੁਰੂ ਕੈ, ਜਨਮ ਮਰਨ ਦੁਖ ਜਾਇ। ਹੋਵੈ ਸਿਫਤ ਖਸਮਦੀ, ਨੂਰ ਅਰਸੋਂ ਕੁਰਸੋਂ ਛਟੀਐ। ਡਿਠੇ ਸੱਚੇ ਪਾਤਸ਼ਾਹ, ਮਲ ਜਨਮ ਜਨਮ ਦੀ ਘਟੀਐ। ਤੁਧ ਡਿਠੇ ਸੱਚੇ ਪਾਤਸ਼ਾਹ, ਮਲ ਜਨਮ ਜਨਮ ਦੀ ਘਟੀਐ। ਸਜਨ ਸਚਾ ਪਾਤਸ਼ਾਹ, ਸਿਰ ਸ਼ਾਹਾਂ ਦੇ ਸ਼ਾਹ। ਜਿਸ ਪਾਸ ਬੈਠਿਆ ਸੋਈ, ਸਭਨਾ ਦਾ ਵੇਸਾਹੁ। ਜਿਸ ਪਾਸ ਬੈਠਿਆ ਸੋਹੀਐ, ਸਭਨਾ ਦਾ ਵੇਸਾਹੁ। ਸਤਿਨਾਮ ਸ੍ਰੀ ਵਾਹਿਗੁਰੂ ਸਾਹਿਬ ਜੀਓ। ਜੈ ਸ੍ਰੀ ਮਹਲਾ ਪੰਜਵਾਂ। ਘਰ ਦੂਜਾ ਛੰਤ। ਸ਼ਲੋਕ। ਚਿਤ ਜੇ ਚਿਤਵਿਆ, ਸੋ ਮੈਂ ਪਾਇਆ। ਨਾਨਕ ਨਾਮ ਧਿਆਏ, ਸੁਖ ਸੁਭਾਇਆ। ਚਿਤ ਜੇ ਚਿਤਵਿਆ, ਸੋ ਮੈਂ ਪਾਇਆ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਪਤਿਤ ਪਾਵਨ ਕਿਰਪਾ ਨਿਦਾਨ, ਕੋਟ ਬ੍ਰਹਮੰਡਾਂ ਦੇ ਮਾਲਕ ਗੁਰੂ ਗ੍ਰੰਥ ਸਾਹਿਬ ਜੀਆਂ ਦੀ ਪਾਵਨ ਪਵਿੱਤਰ ਹਜ਼ੂਰੀ ਅੰਦਰ ਸਭਾਏਮਾਨ ਹੋ ਰਹੀ ਗੁਰੂ ਕੀ ਸੰਗਤ, ਆਪ ਸੰਗਤਾਂ ਨੇ ਅੰਮ੍ਰਿਤ ਵੇਲੇ ਤੋਂ ਗੁਰੂ ਕੀ ਬਾਣੀ ਦੇ ਕੀਰਤਨ
ਆਸਾ ਦੀ ਵਾਰ ਪਵਿੱਤਰ ਬਾਣੀ ਗੁਰੂ ਨਾਨਕ ਦੇਵ ਪਾਤਸ਼ਾਹ ਮਹਾਰਾਜ ਜੀਆਂ ਦੀ ਬਖਸ਼ਿਸ਼ ਕੀਤੀ ਹੋਈ, ਜਿਹਦੇ ਵਿੱਚ ਕੁਝ ਸਲੋਕ ਗੁਰੂ ਅੰਗਦ ਸਾਹਿਬ ਪਾਤਸ਼ਾਹ ਨੇ ਬਖਸ਼ਿਸ਼ ਕੀਤੇ ਨੇ, ਜਿਸ ਦੇ ਵਿੱਚ ਸੰਤ ਗੁਰੂ ਰਾਮਦਾਸ ਮਹਾਰਾਜ ਨੇ ਬਖਸ਼ਿਸ਼ ਕੀਤੇ। ਐਸੀ ਬਾਣੀ ਦਾ ਕੀਰਤਨ ਆਪ ਸੰਗਤਾਂ ਨੇ ਸਰਵਣ ਕੀਤਾ ਹੈ। ਹਰ ਰੋਜ਼ ਦੇ ਵਾਂਗ ਆਪਾਂ ਸ਼ਬਦ ਦਰ ਸ਼ਬਦ ਦੀ ਵਿਚਾਰ ਅੰਮ੍ਰਿਤ ਵੇਲੇ ਦੇ ਦੀਵਾਨ ਦੇ ਵਿੱਚ ਸਰਵਣ ਕਰਦੇ ਹਾਂ। ਆਓ ਕੁਝ ਸਮੇਂ ਲਈ ਆਪਣੇ ਮਨ ਦੇ ਧਿਆਨ ਨੂੰ ਟਿਕਾਈਏ, ਭਾਵਨਾ ਦੇ ਨਾਲ ਸਤਿਗੁਰਾਂ ਦੇ ਅੰਮ੍ਰਿਤ ਬਚਨ ਕਥਾ ਦੇ ਰੂਪ ਦੇ ਵਿੱਚ ਸਰਵਣ ਕਰੀਏ। ਸਰੀਰ ਕਰਕੇ ਬੈਠੇ ਹਾਂ, ਮਨ ਕਰਕੇ ਬੈਠੀਏ, ਮਿਲ ਕੇ ਆਖੀਏ ਸਤਿਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ। ਸਤਿਨਾਮ ਸ੍ਰੀ ਵਾਹਿਗੁਰੂ ਸਾਹਿਬ ਜੀਓ। ਸ਼ਲੋਕ ਚਿੱਤ ਜੇ ਚਿਤਵਿਆ ਸੋ ਮੈਂ ਪਾਇਆ। ਸਤਿਗੁਰੂ ਜੀ ਸ਼ਲੋਕ ਬਖਸ਼ਿਸ਼ ਕਰਦੇ ਗੁਰੂ ਅਰਜਨ ਦੇਵ ਮਹਾਰਾਜ ਜੀ 705 ਅੰਗ ਦੇ ਉੱਪਰ ਇਹ ਪਹਿਲਾ ਸ਼ਲੋਕ ਗੁਰੂ ਪਾਤਸ਼ਾਹ ਨੇ ਬਖਸ਼ਿਸ਼ ਕੀਤਾ ਅਤੇ ਇਸੇ ਸ਼ਲੋਕ ਤੋਂ ਅੱਗੇ ਇੱਕ ਸ਼ਬਦ ਹੋਰ ਬਖਸ਼ਿਸ਼ ਕਰਨਗੇ। ਫਿਰ ਇਸ ਗੁਰਬਾਣੀ ਦਾ ਮੱਧ ਲੱਗਣਾ ਹੈ। ਗੁਰਬਾਣੀ ਦੇ ਪਾਠ ਦਾ ਮੱਧ 705 ਅੰਗ ਦੇ ਉੱਪਰ ਹੀ ਵਿਦਵਾਨ ਜਨ ਲਾਉਂਦੇ ਨੇ, ਕਿਉਂਕਿ ਇੱਥੇ ਗੁਰਬਾਣੀ ਦੇ ਸ਼ਬਦਾਂ ਦਾ ਮੱਧ ਆ ਜਾਂਦਾ ਹੈ। ਕਈ ਵਾਰੀ ਅਸੀਂ ਮਨ ਵਿੱਚ ਸੋਚ ਲੈਂਦੇ ਹਾਂ ਵੀ 1430 ਅੰਗ ਨੇ ਗੁਰੂ ਗ੍ਰੰਥ ਸਾਹਿਬ ਪਾਤਸ਼ਾਹ ਦੇ, ਤੇ ਮੱਧ ਜਿਹੜਾ ਹੈ ਉਹ 715 ਅੰਗ ਦੇ ਉੱਪਰ ਲੱਗਣਾ ਚਾਹੀਦਾ। ਪਰ 705 ਅੰਗ ਦੇ ਉੱਪਰ ਜਿਹੜਾ ਮੱਧ ਲਾਈਦਾ ਹੈ ਉਹਦਾ ਭਾਵ ਇਹ ਹੈ ਵੀ ਇੱਥੇ ਗੁਰਬਾਣੀ ਦੇ ਸ਼ਬਦਾਂ ਦਾ ਮੱਧ ਲੱਗਦਾ। ਜਿੰਨੇ ਗੁਰੂ ਗ੍ਰੰਥ ਸਾਹਿਬ ਦੇ ਸ਼ਬਦ ਨੇ ਉਹਨਾਂ ਸਾਰਿਆਂ ਨੂੰ ਟੋਟਲ ਕਰ ਲਈਏ ਤੇ ਉਹਨਾਂ ਦਾ ਇੱਥੇ ਆ ਕੇ 705 ਅੰਗ ਤੇ ਆ ਕੇ ਮੱਧ ਬਣਦਾ। ਅੱਧੇ ਸ਼ਬਦ ਪੂਰੇ ਹੋ ਜਾਂਦੇ, ਅੱਧੇ ਸ਼ਬਦ ਅੱਗੇ ਰਹਿ ਜਾਂਦੇ। ਸੋ ਇਹ ਜਿਹੜੀ ਆਪਣੀ ਵਿਚਾਰ ਹੈ ਸ਼ਬਦ ਦੀ, ਇਹ ਵੀ ਇਸੇ ਅੰਗ ਦੇ ਉੱਪਰ ਪਹੁੰਚ ਗਈ ਹੈ। ਕੇਵਲ ਇੱਕ ਸ਼ਬਦ ਬਾਕੀ ਹੈ, ਉਹ ਆਪਾਂ ਅੱਗੇ ਸਰਵਣ ਕਰਾਂਗੇ। ਅੱਜ ਮਹਾਰਾਜ ਸ਼ਲੋਕ ਬਖਸ਼ਿਸ਼ ਕਰਦੇ ਗੁਰੂ ਅਰਜਨ ਦੇਵ ਪਾਤਸ਼ਾਹ ਜੀ। ਚਿੱਤ ਜੇ ਚਿਤਵਿਆ ਸੋ ਮੈਂ ਪਾਇਆ। ਪਾਤਸ਼ਾਹ ਕਹਿਣ ਲੱਗੇ ਜੋ ਮੈਂ ਚਿੱਤ ਵਿੱਚ ਚਿਤਵਿਆ। ਚਿਤਵਿਆ ਤੋਂ ਮਤਲਬ ਇਹ ਹੈ ਕਿ ਸੋਚਿਆ। ਜੋ ਮੈਂ ਚਿੱਤ ਵਿੱਚ ਸੋਚਿਆ ਸੀ ਸੋ ਮੈਂ ਪਾਇਆ, ਉਹ ਮੈਨੂੰ ਪ੍ਰਾਪਤ ਹੋ ਗਿਆ। ਮੈਂ ਕੀ ਸੋਚਿਆ ਸੀ? ਸੋਚਿਆ ਇਹ ਸੀ ਵੀ ਪਰਮਾਤਮਾ ਦਾ ਨਾਮ ਪ੍ਰਾਪਤ ਹੋਵੇ। ਮੈਂ ਸੋਚਿਆ ਇਹ ਸੀ ਵੀ ਉਸ ਨਾਮ ਦੀ ਮੈਂ ਕਮਾਈ ਕਰਾਂ। ਮੈਂ ਸੋਚਿਆ ਇਹ ਸੀ ਵੀ ਮੈਂ ਪਰਮਾਤਮਾ ਨੂੰ ਪ੍ਰਾਪਤ ਹੋ ਜਾਵਾਂ। ਇਹ ਜੋ ਮੈਂ ਸ਼ੁਭ ਵਿਚਾਰ ਸੋਚੇ ਸਨ, ਇਹ ਗੁਰੂ ਨੇ ਕਿਰਪਾ ਕਰਕੇ ਇਹ ਸਾਰੀਆਂ ਮੇਰੀਆਂ ਚਿਤਵਨੀਆਂ ਪੂਰੀਆਂ ਕਰ ਦਿੱਤੀਆਂ। ਸਾਰੇ ਮੇਰੇ ਫੁਰਨੇ ਪੂਰੇ ਕਰ ਦਿੱਤੇ। ਚਿੱਤ ਜੇ ਚਿਤਵਿਆ, ਚਿੱਤ ਵਿੱਚ ਜੋ ਸੋਚਿਆ ਹੈ, ਜੋ ਉਲੀਕਿਆ ਸੀ, ਜੋ ਮੈਂ ਚਾਹੁੰਦਾ ਸੀ, ਸੋ ਮੈਂ ਪਾਇਆ। ਉਹ ਵਸਤੂ ਮੈਨੂੰ ਅੱਜ ਪ੍ਰਾਪਤ ਹੋ ਗਈ ਹੈ। ਪਰ ਪ੍ਰਾਪਤ ਕਿਵੇਂ ਹੋਈ ਹੈ ਗੁਰਮੁਖੋ? ਮਿਹਨਤ ਕਰਕੇ ਪ੍ਰਾਪਤ ਹੋਈ ਹੈ। ਨਾਮ ਨੂੰ ਜਪ ਕੇ ਬੈਠਿਆਂ ਕੁਝ ਨਹੀਂ ਮਿਲੇਗਾ। ਭਾਈ ਗੁਰਦਾਸ ਜੀਆਂ ਨੇ ਬੜੇ ਸੋਹਣੇ ਬਚਨ ਲਿਖੇ ਸਾਨੂੰ ਸਮਝਾਉਣ ਵਾਸਤੇ। ਗੁਰੂ ਅਰਜਨ ਦੇਵ ਮਹਾਰਾਜ ਜੀਆਂ ਨੇ ਭਾਈ ਗੁਰਦਾਸ ਦੀ ਬਾਣੀ ਨੂੰ ਚਾਬੀ ਆਖਿਆ, ਕੁੰਜੀ ਆਖਿਆ। ਕੁੰਜੀ ਬਿਨਾ, ਚਾਬੀ ਬਿਨਾ ਜੰਦਰਾ ਨਹੀਂ ਖੁੱਲ੍ਹਦਾ। ਜਿੱਥੇ ਗੁਰੂ ਗ੍ਰੰਥ ਸਾਹਿਬ ਪਾਤਸ਼ਾਹ ਦੇ ਸ਼ਬਦ ਦੀ ਸਮਝ ਨਾ ਆਵੇ, ਉੱਥੇ ਭਾਈ ਗੁਰਦਾਸ ਜੀ ਫਿਰ ਮਦਦ ਕਰ ਦਿੰਦੇ, ਸੌਖਾ ਹੋ ਜਾਂਦਾ ਸਮਝਣਾ ਤੇ ਪੜ੍ਹਨਾ।
ਭਾਈ ਗੁਰਦਾਸ ਜੀ ਕਹਿਣ ਲੱਗੇ, ਜੈਸੇ ਤੋਂ ਸਕਲ ਨਿਧ ਪੂਰਨ ਸਮੁੰਦਰ ਵਿਖੈ। ਸਮੁੰਦਰ ਹੈ ਨਾ, ਸਮੁੰਦਰ ਦਾ ਪਾਣੀ। ਸਮੁੰਦਰ ਵਿੱਚ ਸਾਰੀਆਂ ਹੀ ਚੀਜ਼ਾਂ ਨੇ, ਹੀਰੇ ਵੀ ਨੇ, ਮੋਤੀ ਵੀ ਨੇ, ਜਵਾਹਰਾਤ ਵੀ ਨੇ। ਪਰ ਜੇ ਹੁਣ ਆਪਾਂ ਇਹ ਗੱਲ ਆਖੀਏ ਵੀ ਮੈਂ ਆਪਣੇ ਘਰ ਹੀ ਬੈਠਾ ਰਵਾਂ ਤੇ ਸਮੁੰਦਰ ਮੈਨੂੰ ਲਿਆ ਕੇ ਮੇਰੇ ਘਰੇ ਦੇ ਕੇ ਜਾਵੇ, ਹੀਰੇ ਮੋਤੀ ਜਵਾਹਰਾਤ ਲਾਲ ਮੈਨੂੰ ਘਰੇ ਬੈਠਿਆ ਮਿਲ ਜਾਣ, ਤੇ ਇਹ ਬਚਨ ਸਾਡਾ ਪੂਰਾ ਨਹੀਂ ਹੋਵੇਗਾ। ਕਿਉਂਕਿ ਜੇ ਤੈਨੂੰ ਚਾਹੀਦਾ ਤੇ ਤੈਨੂੰ ਸਮੁੰਦਰ ਦੇ ਕੋਲ ਜਾਣਾ ਪੈਣਾ, ਕੱਲਾ ਕੋਲ ਨਹੀਂ ਜਾਣਾ ਪੈਣਾ, ਉੱਥੇ ਜਾ ਕੇ ਤੈਨੂੰ ਮਿਹਨਤ ਕਰਨੀ ਪਵੇਗੀ, ਉਹਦੇ ਵਿੱਚ ਟੁੱਬੀ ਮਾਰਨੀ ਪਵੇਗੀ, ਤਾਂ ਹੀ ਪ੍ਰਾਪਤ ਹੋਵੇਗਾ ਨਾ। ਹੁਣ ਮੈਂ ਆਖਾਂ ਵੀ ਮੈਂ ਘਰ ਵਿੱਚ ਬੈਠਾ, ਸਮੁੰਦਰ ਦੇ ਵਿੱਚੋਂ ਹੀਰੇ ਨਿਕਲ ਆਉਣ, ਮੋਤੀ ਨਿਕਲ ਆਉਣ, ਲਾਲ ਨਿਕਲ ਆਉਣ, ਜਵਾਹਰਾਤ ਨਿਕਲ ਆਉਣ, ਤੇ ਉਹ ਸਿੱਧਾ ਮੇਰੇ ਘਰੇ ਮੇਰੀ ਝੋਲੀ ਵਿੱਚ ਆ ਕੇ ਪੈ ਜਾਣ, ਤੇ ਨਹੀਂ ਨਾ ਪੈਣਗੇ। ਜੈਸੇ ਤੋਂ ਸਕਲ ਨਿਧ ਪੂਰਨ ਸਮੁੰਦਰ ਵਿਖੈ। ਉਹ ਭਾਈ ਪਿਆਰਿਆ, ਸਮੁੰਦਰ ਦੇ ਵਿੱਚ ਹੈ ਤੇ ਬੜੇ ਖਜ਼ਾਨੇ। ਜਦੋਂ ਤੋਂ ਦੁਨੀਆ ਬਣੀ ਹੈ, ਸਮੁੰਦਰ ਵਿੱਚੋਂ ਕੁਝ ਨਾ ਕੁਝ ਮਿਲਦਾ ਹੀ ਪਿਆ। ਅੱਜ ਸਾਇੰਸ ਨੇ ਤਰੱਕੀ ਕੀਤੀ। ਅੱਜ ਬੜੇ ਬੜੇ ਗੋਤਾਖੋਰ ਪਾਣੀ ਵਿੱਚ ਜਾ ਜਾ ਕੇ ਬੜਾ ਕੁਝ ਉੱਥੋਂ ਕੱਢਦੇ ਪਏ, ਲਿਆਉਂਦੇ ਪਏ। ਸਮੁੰਦਰ ਦੇ ਵਿੱਚ ਪਦਾਰਥ ਬੜੇ ਨੇ। ਹੰਸ ਮਰ ਜੀਵਾ ਨਿਸ਼ਚੈ ਪ੍ਰਸਾਦ ਪਾਵਈ। ਪਰ ਗੁਰਮੁਖੋ ਜਿਹੜਾ ਹੰਸ ਹੈ ਨਾ, ਉਹ ਫਿਰ ਟੁੱਬੀ ਲਾ ਲਾ ਕੇ, ਕਿਉਂਕਿ ਹੰਸ ਦਾ ਕੰਮ ਹੈ ਹੀਰੇ ਖਾਣਾ, ਮੋਤੀ ਖਾਣਾ। ਹੰਸਾ ਹੀਰਾ ਮੋਤੀ ਖਾਣਾ, ਬਗਲਾ ਡੱਡਾ ਭਾਲਣ ਜਾਵੇ। ਮਹਾਰਾਜ ਕਹਿਣ ਲੱਗੇ, ਹੰਸ ਵੀ ਚਿੱਟਾ ਹੈ, ਬਗਲਾ ਵੀ ਚਿੱਟੇ ਰੰਗ ਦਾ ਹੈ, ਪਰ ਦੋਨਾਂ ਦੇ ਖਾਣੇ ਵਿੱਚ ਫਰਕ ਹੈ। ਬਗਲਾ ਡੱਡੀ ਖਾਂਦਾ, ਮੱਛੀ ਖਾਂਦਾ, ਗੰਦਗੀ ਖਾਂਦਾ, ਮਾਸ ਦੀਆਂ ਬੋਟੀਆਂ ਖਾਂਦਾ ਹੈ। ਹੰਸ ਜਿਹੜਾ ਉਹ ਹੀਰੇ ਤੇ ਮੋਤੀ ਦਾ ਭੋਜਨ ਕਰਦਾ ਹੈ। ਹੀਰਿਆਂ ਤੇ ਮੋਤੀਆਂ ਤੋਂ ਬਿਨਾਂ ਉਹ ਕੁਝ ਖਾਂਦਾ ਹੀ ਨਹੀਂ। ਹੰਸ ਦਾ ਭੋਜਨ ਹੀ ਹੀਰੇ ਖਾਣਾ। ਪਰ ਜਦੋਂ ਹੰਸ ਮਾਰਦਾ ਨਾ ਟੁੱਬੀ ਪਾਣੀ ਦੇ ਵਿੱਚ, ਥੱਲਿਓਂ ਹੀਰੇ ਕੱਢ ਕੱਢ ਕੇ ਲਿਆਉਂਦਾ, ਉਹਨਾਂ ਦਾ ਭੋਜਨ ਕਰਦਾ। ਵਿਦਵਾਨਾਂ ਨੇ ਲਿਖਿਆ, ਹੀਰੇ ਖਾਣ ਵਾਲਾ ਹੰਸ ਜਦੋਂ ਬੈਠ ਕੇ ਕਿਤੇ ਉਹਨਾਂ ਪਦਾਰਥਾਂ ਨੂੰ ਹਜਮ ਕਰਦਾ ਨਾ, ਚਬਾਉਂਦਾ ਆਪਣੇ ਅੰਦਰ, ਤੇ ਉਹਦੇ ਮੂੰਹ ਵਿੱਚੋਂ ਇੱਕ ਲਾਰ ਨਿਕਲਦੀ ਹੈ, ਝੱਗ ਨਿਕਲਦੀ ਹੈ। ਜਿਵੇਂ ਆਪਾਂ ਪਾਲਤੂ ਪਸ਼ੂ ਮੱਝਾਂ ਰੱਖੀਆਂ ਨਾ ਘਰੇ, ਤੇ ਮੱਝਾਂ ਜਦੋਂ ਚੰਗੀ ਤਰ੍ਹਾਂ ਚਾਰਾ ਖਾ ਲੈਂਦੀਆਂ, ਬਾਅਦ ਵਿੱਚ ਉਹ ਗਾਲੀ ਕਰਦੀਆਂ, ਤੇ ਉਹਨਾਂ ਦੇ ਮੂੰਹ ਵਿੱਚੋਂ ਝੱਗ ਨਿਕਲਦੀ ਹੈ। ਇਸੇ ਤਰ੍ਹਾਂ ਕਹਿਣ ਲੱਗੇ ਵੀ ਇੱਕ ਲਾਰ, ਇੱਕ ਝੱਗ ਹੰਸ ਦੇ ਮੂੰਹ ਵਿੱਚੋਂ ਨਿਕਲਦੀ ਹੈ, ਤੇ ਉਸ ਦਾ ਫਿਰ ਲਾਲ ਬਣਦਾ। ਤੇ ਲਾਲ ਦੀ ਕੋਈ ਕੀਮਤ ਨਹੀਂ ਦੇ ਸਕਦਾ, ਰਤਨ ਬਣ ਜਾਂਦਾ। ਰਤਨ ਦੀ ਕੀਮਤ ਕੋਈ ਨਹੀਂ ਦੇ ਸਕਦਾ। ਸਤਿਗੁਰੂ ਪਾਤਸ਼ਾਹ ਕਹਿਣ ਲੱਗੇ, ਜੇ ਤੈਨੂੰ ਹੀਰੇ ਮੋਤੀ ਚਾਹੀਦੇ ਨੇ ਤੇ ਤੈਨੂੰ ਹੰਸ ਵਰਗਾ ਬਣਨਾ ਪਵੇਗਾ। ਜਿਵੇਂ ਹੰਸ ਸਮੁੰਦਰ ਵਿੱਚ ਟੁੱਬੀ ਮਾਰਦਾ, ਹੀਰੇ ਕੱਢ ਲਿਆਉਂਦਾ ਤੇ ਖਾ ਲੈਂਦਾ, ਜੇ ਤੈਨੂੰ ਵੀ ਹੀਰੇ ਚਾਹੀਦੇ ਹੰਸ ਵਾਂਗ, ਤੂੰ ਵੀ ਜਾ ਕੇ ਟੁੱਬੀ ਮਾਰੇਗਾ ਤੇ ਸਮੁੰਦਰ ਵਿੱਚੋਂ ਮਿਲ ਜਾਣਗੇ। ਪਰ ਗੁਰਮੁਖਾ ਮਿਲਣਗੇ ਉਸ ਵੇਲੇ ਜਦੋਂ ਤੂੰ ਸਮੁੰਦਰ ਵਿੱਚ ਟੁੱਬੀ ਲਾਵੇਂਗਾ, ਜਦੋਂ ਯਤਨ ਕਰੇਗਾ ਵੀ ਮੈਨੂੰ ਕੁਝ ਮਿਲੇ। ਘਰੇ ਬੈਠਿਆਂ ਕੁਝ ਨਹੀਂ ਹੋਣਾ। ਇਹ ਇੱਕ ਉਦਾਹਰਨ ਹੈ ਸਮਝਣ ਵਾਸਤੇ ਵੀ ਗੁਰਬਾਣੀ ਵਿੱਚੋਂ ਕੀ ਕੀ ਮਿਲਦਾ, ਕੌਣ ਕੌਣ ਲੈ ਸਕਦਾ। ਤੇ ਦੂਜਾ ਬਚਨ ਉਹਨਾਂ ਨੇ ਕੀਤਾ, ਜੈਸੇ ਪਰਬਤ ਹੀਰਾ ਮਾਨਕ ਪਾਰਸ ਸਿੱਧ। ਗੁਰਮੁਖੋ ਬੜੇ ਬੜੇ ਪਹਾੜ ਨੇ, ਉਹਨਾਂ ਪਹਾੜਾਂ ਤੇ ਬੜੇ ਬੜੇ ਪਾਰਸ ਪਏ ਨੇ, ਬੜੀਆਂ ਬੜੀਆਂ ਸਿੱਧੀਆਂ ਪਈਆਂ ਨੇ, ਬੜੀਆਂ ਬੜੀਆਂ ਜੜੀਆਂ ਬੂਟੀਆਂ ਪਈਆਂ। ਹੁਣ ਮੈਂ ਇਹ ਗੱਲ ਕਹਾਂ ਵੀ ਮੈਂ ਆਪਣੇ ਘਰ ਵਿੱਚ ਬੈਠਾ ਹਾਂ, ਪਹਾੜਾਂ ਦੀਆਂ ਜੜ੍ਹਾਂ ਬੂਟੀਆਂ ਮੇਰੇ ਕੋਲ ਆਪੇ ਹੀ ਆ ਜਾਣ, ਪਹਾੜਾਂ ਦੇ ਫੁੱਲ ਆਪੇ ਹੀ ਆ ਜਾਣ। ਆਪਾਂ ਜਾਂਦੇ ਆ ਨਾ ਹੇਮਕੁੰਟ ਸਾਹਿਬ ਦੀ ਧਰਤੀ 'ਤੇ ਦਰਸ਼ਨ ਕਰਨ ਵਾਸਤੇ, ਕਿੰਨਾ ਵੱਡਾ ਪਹਾੜ ਹੈ। ਉੱਥੇ ਵੇਖੋ ਕਿੰਨੇ ਸੋਹਣੇ ਬਰਫ਼ ਦੇ ਵਿੱਚ ਫੁੱਲ ਖਿੜੇ ਹੋਏ, ਕਿੰਨੀਆਂ ਸੋਹਣੀਆਂ ਜੜੀਆਂ ਬੂਟੀਆਂ ਜਿਹੜੀਆਂ ਦਵਾਈਆਂ ਵਿੱਚ ਪੈਣ ਵਾਲੀਆਂ। ਪਰ ਗੁਰਮੁਖੋ ਫੁੱਲ ਤੇ ਆਪਾਂ ਨੂੰ ਤਾਂ ਹੀ ਮਿਲਣਗੇ, ਜੜੀਆਂ ਬੂਟੀਆਂ ਤਾਂ ਮਿਲਣਗੀਆਂ ਜੇ ਅਸੀਂ ਉਸ ਪਹਾੜ 'ਤੇ ਚੜ੍ਹਾਂਗੇ ਔਰ ਸਾਨੂੰ ਉਹਦਾ ਗਿਆਨ ਹੋਵੇਗਾ ਵੀ ਆਹ ਜੜੀ ਬੂਟੀ ਕਿਹਦੇ ਵਿੱਚ ਪੈਂਦੀ ਹੈ। ਕੁਝ ਬੂਟੀਆਂ ਉਹ ਨੇ ਸਾਡੀ ਚਮੜੀ ਨਾਲ ਲੱਗ ਜਾਵੇ ਤੇ ਉਹਨਾਂ 'ਤੇ ਖਾਰਸ਼ ਹੋਣ ਲੱਗ ਪੈਂਦੀ ਹੈ, ਐਲਰਜੀ ਹੋ ਜਾਂਦੀ ਹੈ। ਤੇ ਕੁਝ ਬੂਟੀਆਂ ਉਹ ਨੇ ਮਲ ਕੇ ਲਾ ਲਈਏ ਤੇ ਉਸ ਚੀਜ਼ ਨੂੰ ਖਤਮ ਕਰ ਦਿੰਦੀਆਂ। ਬੂਟੀ ਨੂੰ ਘੁੱਟ ਕੇ ਪੀ ਲਈਏ ਤੇ ਪੇਟ ਸਾਫ਼ ਹੋ ਜਾਂਦਾ। ਰੋ ਵਿਚਾਰ ਕਈ ਤਰ੍ਹਾਂ ਦੀਆਂ ਜੜੀਆਂ ਬੂਟੀਆਂ
ਰਿਧੀਆਂ ਸਿੱਧੀਆਂ ਕਈ ਤਰ੍ਹਾਂ ਦੇ ਪਦਾਰਥ ਪਹਾੜਾਂ ਵਿੱਚ ਪਏ ਹੋਏ ਨੇ, ਅੱਜ ਵੀ ਪਏ ਹੋਏ ਨੇ, ਪਰ ਉਹ ਘਰੇ ਬੈਠਿਆਂ ਨਹੀਂ ਮਿਲਣਗੇ। ਕਿਵੇਂ ਮਿਲਣਗੇ? ਕਹਿਣ ਲੱਗੇ ਖਨਵਾਰਾ ਖਨ ਜਗ ਪ੍ਰਗਟਾਵਈ। ਉੱਥੇ ਚਲਾ ਗਿਆ, ਪਹਾੜਾਂ ਨੂੰ ਕੱਟਣ ਵਾਲਾ, ਪਹਾੜਾਂ ਨੂੰ ਵੱਢਣ ਵਾਲਾ, ਪਹਾੜਾਂ 'ਤੇ ਸਫ਼ਰ ਕਰਨ ਵਾਲਾ, ਉਹਨੇ ਜਾ ਕੇ ਪਹਾੜ ਨੂੰ ਚੀਰਿਆ, ਉਹਦੇ ਵਿੱਚੋਂ ਹੀਰੇ ਮੋਤੀ ਕੱਢੇ ਅਤੇ ਦੁਨੀਆ ਵਿੱਚ ਲੈ ਕੇ ਆਂਦੇ, ਬਾਜ਼ਾਰ ਵਿੱਚ ਲੈ ਕੇ ਆਂਦੇ, ਉਹਨਾਂ ਦਾ ਮੁੱਲ ਪਾਇਆ ਗਿਆ। ਇੱਕ ਵੈਦ ਚਲੇ ਗਿਆ, ਉਸਨੇ ਜਾ ਕੇ ਜੜੀਆਂ ਬੂਟੀਆਂ ਉੱਥੋਂ ਕੱਟੀਆਂ, ਉਹਨਾਂ ਦੀ ਦਵਾਈ ਬਣਾਈ ਹੈ ਅਤੇ ਕਈ ਰੋਗਾਂ ਵਾਸਤੇ ਉਹਨੇ ਬਾਜ਼ਾਰ ਵਿੱਚ ਲੈ ਕੇ ਆਂਦੀ ਹੈ। ਬਚਨ ਆਪਾਂ ਪੜ੍ਹਦੇ ਹਾਂ ਨਾ, ਰਾਮ ਜੀ ਦਾ ਭਰਾ ਲਛਮਣ ਮੂਰਛਿਤ ਹੋਇਆ, ਵੈਦ ਨੂੰ ਬੁਲਾਇਆ ਗਿਆ ਵੀ ਇਸ ਨੂੰ ਕਿਵੇਂ ਠੀਕ ਕੀਤਾ ਜਾਵੇ। ਅਤੇ ਵੈਦ ਨੇ ਆਖਿਆ ਵੀ ਇੱਕ ਪਹਾੜ ਹੈ, ਉਸ ਪਹਾੜ ਦੇ ਉੱਪਰ ਇੱਕ ਬੂਟੀ ਹੈ, ਉਹ ਲਿਆਂਦੀ ਜਾਵੇ, ਇਹ ਠੀਕ ਹੋਵੇਗਾ। ਇਹ ਸਾਖੀ ਆਪਾਂ ਸਰਵਣ ਕੀਤੀ ਹੈ, ਇਹ ਇਤਿਹਾਸ ਦਾ ਬੜਾ ਵੱਡਾ ਇੱਕ ਬਚਨ ਹੈ। ਅਤੇ ਕਹਿਣ ਲੱਗੇ ਉਹ ਬੂਟੀ ਫਿਰ ਲਿਆਂਦੀ ਗਈ, ਬੂਟੀ ਵਾਸਤੇ ਪਹਾੜ ਹੀ ਚੁੱਕ ਕੇ ਲਿਆਂਦਾ ਪਿਆ, ਪਰ ਉਹ ਬੂਟੀ ਕਾਰਗਰ ਇੰਨੀ ਸਿੱਧ ਹੋਈ ਵੀ ਜਦੋਂ ਮਲ ਕੇ ਲਛਮਣ ਦੇ ਲਾਈ ਗਈ ਜਾਂ ਪਿਆਈ ਗਈ, ਉਸੇ ਵੇਲੇ ਉਹ ਠੀਕ ਹੋ ਗਿਆ, ਜਿਉਂਦਾ ਹੋ ਗਿਆ, ਉੱਠ ਕੇ ਬੈਠ ਗਿਆ। ਕਹਿਣ ਤੋਂ ਭਾਵ ਇਹ ਹੈ ਵੀ ਪਹਾੜਾਂ ਦੇ ਵਿੱਚ ਬੜੀਆਂ ਬੜੀਆਂ ਕੀਮਤੀ ਔਸ਼ਧੀਆਂ, ਜੜੀਆਂ ਬੂਟੀਆਂ, ਮਰਿਆ ਵਿੱਚ ਜਾਨ ਪਾਉਣ ਵਾਲੀਆਂ, ਪਰ ਗੁਰਮੁਖੋ ਜਾਨ ਤੇ ਤਾਂ ਹੀ ਪਵੇਗੀ ਨਾ ਜੇ ਕੋਈ ਬੰਦਾ ਪਹਾੜ 'ਤੇ ਚੜ੍ਹੇਗਾ। ਔਰ ਪਹਾੜ 'ਤੇ ਚੜ੍ਹਨ ਤੋਂ ਮਗਰੋਂ ਜਿਹਨੂੰ ਜਾਣਕਾਰੀ ਹੋਵੇਗੀ, ਸਮਝ ਹੋਵੇਗੀ ਵੀ ਇਹ ਬੂਟੀ ਹੈ ਕਾਹਦੀ। ਸਤਿਗੁਰੂ ਪਾਤਸ਼ਾਹ ਕਹਿਣ ਲੱਗੇ ਗੁਰਮੁਖਾ ਜੈਸੇ ਪਰਬਤ ਹੀਰਾ ਮਾਨਕ ਪਾਰਸ ਸਿੱਧ। ਪਰਬਤਾਂ ਦੇ ਉੱਪਰ, ਪਹਾੜਾਂ ਦੇ ਉੱਪਰ ਬੜੇ ਬੜੇ ਹੀਰੇ ਮਿਲ ਜਾਂਦੇ, ਬੜੇ ਬੜੇ ਗੁੱਝੇ ਰਾਜ ਲੱਭ ਜਾਂਦੇ, ਬੜੇ ਬੜੇ ਖਜ਼ਾਨਿਆਂ ਦੇ ਰਾਹ ਮਿਲਦੇ ਪਹਾੜਾਂ ਵਿੱਚੋਂ, ਬੜੀਆਂ ਬੜੀਆਂ ਜੜੀਆਂ ਬੂਟੀਆਂ ਮਿਲ ਜਾਂਦੀਆਂ ਜ਼ਿੰਦਗੀ ਬਚਾਉਣ ਵਾਲੀਆਂ। ਪਰ ਇਹ ਸਾਰਾ ਕੁਝ ਉਦੋਂ ਮਿਲਦਾ ਜਦੋਂ ਖਨਵਾਰਾ ਜਾ ਕੇ, ਖੋਦਣ ਵਾਲਾ ਜਾ ਕੇ, ਲੱਭਣ ਵਾਲਾ ਜਾ ਕੇ ਲੱਭਦਾ ਹੈ, ਔਰ ਲੱਭ ਕੇ ਫਿਰ ਸੰਸਾਰ ਦੇ ਬਾਜ਼ਾਰ ਵਿੱਚ ਲੈ ਕੇ ਆਉਂਦਾ। ਦਵਾਈਆਂ ਬਾਜ਼ਾਰ ਵਿੱਚ ਆਉਂਦੀਆਂ, ਹੀਰੇ ਮੋਤੀ ਬਾਜ਼ਾਰਾਂ ਵਿੱਚ ਆ ਜਾਂਦੇ। ਇਹ ਦੂਜੀ ਉਦਾਹਰਨ ਹੈ ਸਮਝਣ ਵਾਸਤੇ। ਤੇ ਤੀਜਾ ਬਚਨ ਕੀਤਾ, ਕਹਿਣ ਲੱਗੇ ਜੈਸੇ ਬਨ ਵਿਖੈ ਮਲਿਆਗਰ ਸੌਦਾ ਕਪੂਰ। ਹੁਣ ਜੇ ਕੋਈ ਬੰਦਾ ਜੰਗਲ ਵਿੱਚ ਜਾਵੇ, ਜੰਗਲ ਵਿੱਚੋਂ ਮਲਿਆਗਰ ਮਿਲੇਗਾ, ਜੰਗਲ ਦੇ ਵਿੱਚੋਂ ਕਪੂਰ ਮਿਲ ਜਾਏਗਾ, ਪਰ ਮਿਲੇਗਾ ਕਿੱਥੋਂ? ਜੰਗਲ ਵਿੱਚੋਂ। ਜੰਗਲ ਵਿੱਚੋਂ ਕੇਸਰ ਵੀ ਮਿਲੇਗਾ, ਕਪੂਰ ਵੀ ਮਿਲੇਗਾ। ਇਹ ਜੰਗਲ ਦੀਆਂ ਔਸ਼ਧੀਆਂ ਨੇ, ਜੰਗਲ ਦੀਆਂ ਜੜੀਆਂ ਬੂਟੀਆਂ। ਜਿਹੜਾ ਕੇਸਰ ਹੈ ਨਾ ਗੁਰਮੁਖੋ, ਉਹ ਹਿਰਨ ਦੀ ਧੁੰਨੀ ਵਿੱਚੋਂ ਮਿਲਦਾ, ਹਿਰਨ ਦੀ ਨਾਭੀ ਵਿੱਚੋਂ। ਹਿਰਨ ਦੀ ਨਾਭੀ ਨੂੰ ਚੀਰ ਕੇ ਉਹਦੇ ਵਿੱਚੋਂ ਕੱਢਿਆ ਜਾਂਦਾ, ਬੜਾ ਮਹਿੰਗਾ ਹੈ। ਪਰ ਕਹਿਣ ਲੱਗੇ ਕੱਢੇਗਾ ਉਹ ਜਿਹੜਾ ਜੰਗਲ ਵਿੱਚ ਜਾਏਗਾ। ਹੁਣ ਆਪਾਂ ਜਾਈਏ ਹੀ ਨਾ, ਘਰੇ ਬੈਠੇ ਆਖੀਏ ਵੀ ਇੱਥੇ ਹੀ ਸਭ ਕੁਝ ਆ ਜਾਵੇ, ਨਾ ਜੰਗਲ ਦਾ ਉਹ ਹਿਰਨ ਲੱਭੇਗਾ ਕਸਤੂਰੀ ਵਾਲਾ, ਅਤੇ ਨਾ ਕਸਤੂਰੀ ਨਿਕਲੇ। ਜੇ ਆਪਾਂ ਆਖੀਏ ਵੀ ਇੱਥੇ ਬੈਠੇ ਕਪੂਰ ਪ੍ਰਾਪਤ ਹੋ ਜਾਵੇ, ਹੋ ਤਾਂ ਜਾਵੇਗਾ, ਪਰ ਨਕਲੀ ਉਹਦੇ ਵਿੱਚ ਬੜੀਆਂ ਮਿਲਾਵਟਾਂ ਹੋਣਗੀਆਂ। ਜੇ ਅਸਲੀ ਲੈਣਾ ਤਾਂ ਤੈਨੂੰ ਉੱਥੇ ਜਾਣਾ ਪੈਣਾ। ਮਲਿਆਗਰ ਪਰਬਤ 'ਤੇ ਬੜੀ ਸੋਹਣੇ ਬਨਸਪਤੀ ਖਿੜੀ ਹੋਈ ਹੈ, ਉੱਥੋਂ ਬੜੀ ਸੋਹਣੀ ਸੁਗੰਧੀ ਆਉਂਦੀ ਹੈ। ਧੂਪ ਮਲਿਆਨ ਲੋ ਪਵਨ ਚਵਰੋ ਕਰੇ। ਮਲਿਆਗਰ ਪਰਬਤ 'ਤੇ ਬੜੇ ਸੋਹਣੇ ਫੁੱਲ ਖਿੜੇ ਨੇ, ਬਹੁਤ ਜ਼ਿਆਦਾ ਚੰਦਨ ਦੇ ਬੂਟੇ ਨੇ, ਉਹਨਾਂ ਦੀ ਮਹਿਕ ਆਉਂਦੀ ਹੈ ਅਤੇ ਉਹ ਮਹਿਕ ਪਰਮਾਤਮਾ ਨੂੰ ਧੂਪ ਕਰਦੀ ਪਈ ਹੈ। ਗੁਰਮੁਖੋ ਚੰਦਨ ਇੰਨਾ ਖੁਸ਼ਬੂਦਾਰ ਹੈ ਕਿ ਚੰਦਨ ਦਾ ਇੱਕ ਬੂਟਾ ਜੇ ਕਿਤੇ ਪਹਾੜ 'ਤੇ ਹੋ ਜਾਵੇ ਨਾ, ਇੱਕੋ ਬੂਟਾ ਹੀ, ਚੰਦਨ ਦਾ ਇੱਕ ਬੂਟਾ ਜੇ ਕਿਤੇ ਜੰਗਲ ਵਿੱਚ ਹੋ ਜਾਵੇ, ਕਈ ਕਈ ਕਿਲੋਮੀਟਰ ਤੱਕ, ਕਈ ਕਈ ਮੀਲ ਤੱਕ ਉਹਦੀ ਖੁਸ਼ਬੂ ਆਉਂਦੀ ਹੈ। ਇੰਨਾ ਸੁਗੰਧੀ ਵਾਲਾ ਚੰਦਨ ਹੈ। ਅਤੇ ਕਈ ਕਿਲੋਮੀਟਰ ਤੱਕ ਜਿਹੜੇ ਬੂਟੇ ਖੜ੍ਹੇ ਨੇ, ਰੁੱਖ ਖੜ੍ਹੇ ਨੇ, ਉਹਨਾਂ ਰੁੱਖਾਂ ਦੀਆਂ ਲੱਕੜਾਂ ਵਿੱਚੋਂ ਖੁਸ਼ਬੂ ਚੰਦਨ ਦੀ ਆਉਣ ਲੱਗ ਪੈਂਦੀ ਹੈ। ਚੰਦਨ ਇੰਨਾ ਭਾਰੀ ਦੁਰਲੱਭ ਹੈ, ਸਾਨੂੰ ਬਾਜ਼ਾਰ ਵਿੱਚੋਂ ਮਿਲਦਾ ਜ਼ਰੂਰ ਹੈ। ਚੰਦਨ ਦੀ ਲੱਕੜ ਲੈ ਜਾਓ, ਅਸੀਂ ਭਰ ਭਰ ਕੇ ਟਰੱਕ ਲੈ ਆਉਂਦੇ, ਉਹ ਚੰਦਨ ਨਹੀਂ ਹੈ। ਚੰਦਨ ਦੇ ਬੂਟੇ ਤੋਂ ਸੁਗੰਧੀ ਜਿਨ੍ਹਾਂ ਨੇ ਪ੍ਰਾਪਤ ਕੀਤੀ ਹੈ, ਇਹ ਉਹ ਰੁੱਖ ਨੇ ਜਿਹੜੇ ਆਸੇ ਪਾਸੇ ਉੱਗੇ ਨੇ। ਕਈ ਕਈ ਕਿਲੋਮੀਟਰ ਤੱਕ ਜਿਹੜੇ ਬੂਟੇ ਉੱਗੇ ਸਨ, ਵੱਡੇ ਹੋਏ,
ਉਹਨਾਂ ਬੂਟਿਆਂ ਦੇ ਵਿੱਚ ਉਹ ਸੁਗੰਧੀ ਸਮਾ ਗਈ ਹੈ, ਉਹ ਲੱਕੜ ਵੱਢ ਕੇ ਸਾਨੂੰ ਦਿੱਤੀ ਜਾਂਦੀ ਹੈ। ਚੰਦਨ ਦੀ ਲੱਕੜ ਹੀ ਨਹੀਂ ਹੁੰਦੀ, ਚੰਦਨ ਤੇ ਬੜਾ ਛੋਟਾ ਜਿਹਾ, ਮਿਰਚਾਂ ਦੇ ਬੂਟੇ ਤੋਂ ਥੋੜ੍ਹਾ ਜਿਹਾ ਵੱਡਾ, ਚੰਦਨ ਦਾ ਤੇ ਰੁੱਖ ਹੀ ਇੰਨਾ ਕੁ ਹੈ, ਪਰ ਉਹ ਬੜਾ ਕਾਰਗਰ ਸਿੱਧ ਹੁੰਦਾ ਹੈ। ਕਈ ਬਿਮਾਰੀਆਂ ਨੂੰ ਕੱਟ ਦਿੰਦਾ, ਕਈ ਦੁੱਖਾਂ ਨੂੰ ਕੱਟਦਾ, ਉਹਦੀ ਸੁਗੰਧੀ ਜਾਂਦੀ ਨਹੀਂ ਹੈ। ਪਰ ਗੁਰਮੁਖੋ ਚੰਦਨ ਦੀ ਸੁਗੰਧੀ ਤਾਂ ਹੀ ਲਵਾਂਗੇ, ਚੰਦਨ ਤੋਂ ਕੰਮ ਤਾਂ ਹੀ ਲਵਾਂਗੇ ਜੇ ਜੰਗਲ ਵਿੱਚ ਜਾਵਾਂਗੇ ਤੇ ਚੰਦਨ ਨੂੰ ਲੱਭ ਕੇ ਲਿਆਵਾਂਗੇ। ਬੜੇ ਬੜੇ ਜ਼ਹਿਰੀਲੇ ਸੱਪ ਜਦੋਂ ਆਪਣੀ ਜ਼ਹਿਰ ਦੇ ਨਾਲ ਉਹ ਤੜਪਦੇ ਨੇ, ਉਦੋਂ ਚੰਦਨ ਦੇ ਬੂਟੇ ਨੂੰ ਵਲ ਮਾਰ ਕੇ ਬੈਠ ਜਾਂਦੇ, ਕਿਉਂਕਿ ਬੂਟਾ ਠੰਡਾ ਹੈ। ਜੇ ਚੰਦਨ ਤੁਹਾਨੂੰ ਲੱਭ ਵੀ ਗਿਆ ਨਾ ਕਿਤੇ ਜੰਗਲ ਵਿੱਚ, ਤੇ ਚੰਦਨ ਦਾ ਤੁਸੀਂ ਪੱਤਾ ਨਹੀਂ ਤੋੜ ਸਕਦੇ। ਬੜੇ ਬੜੇ ਜ਼ਹਿਰੀਲੇ ਸੱਪਾਂ ਨੇ ਉਹ ਕੁੰਡਲ ਮਾਰ ਕੇ ਉਹਦੇ ਲਾਗੇ ਬੈਠੇ ਹੋਏ। ਇਹ ਸਾਨੂੰ ਠੰਡ ਦਿੰਦਾ, ਸਾਡੀ ਜ਼ਹਿਰ ਤੋਂ ਸਾਡਾ ਛੁਟਕਾਰਾ ਕਰਵਾਉਂਦਾ। ਮਹਾਰਾਜ ਕਹਿਣ ਲੱਗੇ, ਭਾਈ ਗੁਰਦਾਸ ਜੀ ਦੀ ਰਸਨਾ ਤੋਂ ਸਮਝਾਉਂਦੇ ਪਏ, ਕਹਿਣ ਲੱਗੇ, ਗੁਰਮੁਖੋ ਜੇ ਤੁਹਾਨੂੰ ਚੰਦਨ ਚਾਹੀਦਾ, ਤੁਹਾਨੂੰ ਕਪੂਰ ਚਾਹੀਦਾ, ਤੁਹਾਨੂੰ ਕਸਤੂਰੀ ਚਾਹੀਦੀ ਹੈ, ਤੇ ਜੰਗਲ ਵਿੱਚ ਜਾਣਾ ਪਵੇਗਾ, ਲੱਭਣਾ ਪਵੇਗਾ, ਮਿਲੇਗਾ ਤਾਂ। ਸੋਧ ਕੈ ਸੁਬਾਸੀ ਸੁਬਾਸ ਬੇਹਿਸਾਬਹੀ, ਜੰਗਲ ਵਿੱਚ ਨਿਵਾਸ ਕਰਨ ਵਾਲਾ, ਜੰਗਲ ਦੀ ਭਾਲ ਕਰਨ ਵਾਲਾ, ਜੰਗਲ ਦੀ ਖੋਜ ਕਰਨ ਵਾਲਾ ਕਈ ਤਰ੍ਹਾਂ ਦੀਆਂ ਚੀਜ਼ਾਂ ਖੋਜ ਕੇ ਲਿਆ ਕੇ ਬਾਜ਼ਾਰ ਦੇ ਵਿੱਚ ਦਿੰਦਾ ਹੈ। ਆਪਾਂ ਡਿਸਕਵਰੀ ਚੈਨਲ ਲਾ ਲਈਏ ਨਾ ਟੀਵੀ 'ਤੇ, ਉਹਦੇ ਵਿੱਚ ਉਹ ਜੰਗਲ ਦੇ ਵਿੱਚ ਕਈ ਤਰ੍ਹਾਂ ਦੇ ਗੁੱਝੇ ਭੇਦ, ਕਈ ਤਰ੍ਹਾਂ ਦੀਆਂ ਉੱਥੇ ਪ੍ਰਾਪਤ ਹੋਣ ਵਾਲੀਆਂ ਵਸਤੂਆਂ ਵਿਖਾਉਂਦੇ। ਬੜੀ ਬੜੀ ਜਾਣਕਾਰੀ ਹੈ, ਪਰ ਮਿਲੀ ਤਾਂ ਜੇ ਕੋਈ ਜੰਗਲ ਵਿੱਚ ਗਿਆ, ਬਾਹਰੋਂ ਬੈਠਿਆਂ ਕੁਝ ਨਹੀਂ ਮਿਲੇਗਾ। ਗੁਰਮੁਖੋ ਇਹ ਤਿੰਨ ਉਦਾਹਰਨਾਂ ਦਿੱਤੀਆਂ ਭਾਈ ਗੁਰਦਾਸ ਜੀ ਨੇ ਸਮਝਾਉਣ ਵਾਸਤੇ ਕਿ ਜੇ ਸਮੁੰਦਰ ਦੇ ਵਿੱਚੋਂ ਹੀਰੇ ਚਾਹੀਦੇ ਨੇ ਤੇ ਸਮੁੰਦਰ ਵਿੱਚ ਟੁੱਬੀ ਮਾਰਨੀ ਪਵੇਗੀ। ਜੇ ਪਹਾੜਾਂ ਦੇ ਵਿੱਚੋਂ ਤੈਨੂੰ ਕੋਈ ਹੀਰਾ ਚਾਹੀਦਾ, ਪਹਾੜਾਂ ਵਿੱਚੋਂ ਕੋਈ ਜੜੀ ਬੂਟੀ ਚਾਹੀਦੀ ਹੈ, ਤੇ ਤੈਨੂੰ ਪਹਾੜ ਚੜ੍ਹਨਾ ਪਵੇਗਾ, ਮਿਹਨਤ ਕਰਨੀ ਪਵੇਗੀ। ਤੇ ਜੇ ਜੰਗਲ ਦੇ ਵਿੱਚੋਂ ਤੈਨੂੰ ਕੋਈ ਚਾਹੀਦੀ ਹੈ ਵਸਤੂ, ਜੰਗਲ ਦੇ ਵਿੱਚੋਂ ਚਾਹੀਦਾ ਤੈਨੂੰ ਚੰਦਨ, ਜੰਗਲ ਵਿੱਚੋਂ ਤੈਨੂੰ ਚਾਹੀਦਾ ਕਪੂਰ, ਕਸਤੂਰੀ ਚਾਹੀਦੀ ਹੈ, ਉਹਦੇ ਵਾਸਤੇ ਤੈਨੂੰ ਤਿਆਰ ਹੋ ਕੇ ਜੰਗਲ ਵਿੱਚ ਜਾਣਾ ਪੈਣਾ ਹੈ, ਜੰਗਲੀ ਜਾਨਵਰਾਂ ਦਾ ਮੁਕਾਬਲਾ ਕਰਨਾ ਪੈਣਾ ਹੈ, ਆਪਣੇ ਆਪ ਨੂੰ ਬਚਾਉਣਾ ਪੈਣਾ ਹੈ, ਵਸਤੂਆਂ ਤਾਂ ਮਿਲਣੀਆਂ। ਤੇ ਹੁਣ ਮਹਾਰਾਜ ਜੀ ਨਿਚੋੜ ਕੱਢਦੇ, ਸਿੱਟਾ ਕੱਢਦੇ ਵੀ ਮਤਲਬ ਕੀ ਹੈ ਇਹਨਾਂ ਗੱਲਾਂ ਕਹਿਣ ਦਾ। ਕਹਿਣ ਲੱਗੇ, ਤੈਸੇ ਗੁਰਬਾਣੀ ਵਿਖੇ ਸਕਲ ਪਦਾਰਥ ਹੈ। ਗੁਰਮੁਖੋ ਬਿਲਕੁਲ ਗੁਰਬਾਣੀ ਵਿੱਚ, ਗੁਰੂ ਗ੍ਰੰਥ ਸਾਹਿਬ ਵਿੱਚ ਸਾਰੇ ਹੀ ਪਦਾਰਥ ਨੇ, ਕੋਈ ਪਦਾਰਥ ਇਹੋ ਜਿਹਾ ਹੈ ਨਹੀਂ। ਸਾਚੇ ਸਾਹਿਬਾ ਕਿਆ ਨਾਹੀ ਕਰਤੇ। ਅਸੀਂ ਤੇ ਭੱਜ ਪਏ ਨਾ ਟੂਣਾ ਟਾਮਣ ਕਰਨ ਵਾਲੇ ਪਖੰਡੀਆਂ ਕੋਲ, ਬਾਬਾ ਜੀ ਰੱਖ ਪਾ ਦਿਓ ਮੇਰੇ ਗਲ ਵਿੱਚ, ਧਾਗਾ ਬੰਨ੍ਹ ਦਿਓ, ਲਾਚੀ ਕਰ ਦਿਓ, ਲੌਂਗ ਕਰ ਦਿਓ, ਮੈਨੂੰ ਬਚਾ ਲਓ। ਬਹੁਤ ਲੋਕਾਂ ਦਾ ਸਵਾਲ ਇਹ ਹੁੰਦਾ ਵੀ ਸਾਡੀ ਕਮਾਈ ਵਿੱਚ ਬਰਕਤ ਨਹੀਂ ਪੈਂਦੀ ਹੈ, ਸਾਡੇ ਘਰੇ ਤੇ ਕਿਸੇ ਨੇ ਕੁਝ ਕਰ ਹੀ ਦਿੱਤਾ। ਹੁਣ ਬਾਬੇ ਕੋਲ ਜਾਣਗੇ, ਬਾਬਾ ਇਹੋ ਜਿਹਾ ਤਵੀਤ ਕਰੇਗਾ, ਆਪਣੇ ਆਪ ਹੀ ਟਰੰਕ ਪੈਸਿਆਂ ਦਾ ਭਰ ਜਾਏਗਾ, ਕਮਾਈ ਕਰਨ ਦੀ ਲੋੜ ਨਹੀਂ। ਤੇ ਜਿੰਨਾ ਅੰਧ ਵਿਸ਼ਵਾਸ ਹਿੰਦੁਸਤਾਨ ਦੇ ਟੈਲੀਵਿਜ਼ਨ ਨੇ ਫੈਲਾਇਆ, ਇੰਨਾ ਕੋਈ ਨਹੀਂ ਫੈਲਾਉਂਦਾ ਪਿਆ। ਅੱਧੇ ਟੀਵੀ ਚੈਨਲਾਂ 'ਤੇ ਮਸ਼ਹੂਰੀ ਆ ਰਹੀ ਹੈ, ਲਾਲ ਕਿਤਾਬ ਪੜ੍ਹ ਕੇ ਮੈਂ ਫਲਾਣਾ ਮੰਤਰ ਤਿਆਰ ਕੀਤਾ ਹੈ, ਲੈ ਜਾਓ। ਇਹਦੇ ਨਾਲ ਤੁਹਾਨੂੰ ਘਰੇ ਬੈਠੇ ਹੀ ਨੌਕਰੀ ਮਿਲੇਗੀ, ਪੜ੍ਹਨ ਦੀ ਵੀ ਲੋੜ ਨਹੀਂ। ਤੁਸੀਂ ਭਾਵੇਂ ਅਨਪੜ੍ਹ ਵੀ ਹੋ, ਇਹ ਮੇਰਾ ਮੰਤਰ ਲੈ ਜਾਓ, ਸਿੱਧਾ DC ਲੱਗ ਜਾਓਗੇ। ਇਹ ਫਲਾਣੇ ਘੋੜੇ ਦੀ ਪੈਰ ਦਾ ਇਹ ਬਣਾਇਆ ਹੋਇਆ ਵਸਤੂ ਹੈ, ਉਹਦੇ ਖੁਰ ਦੀ ਬਣਾਈ ਹੋਈ, ਇਹ ਆਪਣੇ ਘਰੇ ਲਾ ਦਿਓਗੇ, ਆਪਣੇ ਆਪ ਹੀ ਬਰਕਤਾਂ ਆਉਣੀਆਂ ਸ਼ੁਰੂ ਹੋ ਜਾਣਗੀਆਂ। ਇਹ ਧਾਗਾ, ਇਹ ਤਵੀਤ ਫਲਾਣਾ ਮੰਤਰ ਪੜ੍ਹ ਕੇ, ਫਲਾਣਾ ਮੰਤਰ ਸਿੱਧ ਕਰਕੇ ਬਣਾਇਆ ਗਿਆ, ਇਹ ਤੁਸੀਂ ਬੰਨ੍ਹ ਲਓਗੇ, ਸਾਰੇ ਕਾਰਜ ਆਪੇ ਹੀ ਬਣ ਜਾਣ। ਉਹਦੀ ਕੀਮਤ ਦੱਸੀ ਜਾਂਦੀ ਹੈ 5000 ਦਾ, 10000 ਦਾ। ਅਸੀਂ ਛੇਤੀ ਨਾਲ ਮੰਗਾਉਂਦੇ। ਭੁੱਖ ਮੈਨੂੰ ਲੱਗੀ ਹੈ, ਪ੍ਰਸ਼ਾਦਾ ਮੈਨੂੰ ਛਕਣਾ ਪਵੇਗਾ, ਦੂਜੇ ਦੇ ਛਕਿਆਂ ਮੇਰੀ ਭੁੱਖ ਨਹੀਂ ਮਿਟਣੀ। ਮੰਤਰ ਕਈ ਮੀਲ ਦੂਰ, ਕਈ ਕਿਲੋਮੀਟਰ ਪਰੇ, ਪਤਾ ਨਹੀਂ ਪੜ੍ਹਿਆ ਕਿ ਨਹੀਂ ਪੜ੍ਹਿਆ, ਲਾਜ ਮੈਂ ਆਪਣੇ ਘਰੇ ਲੱਭਦਾ ਪਿਆ, ਉਹ ਕਈ ਕਿਲੋਮੀਟਰ 'ਤੇ ਪੜ੍ਹਿਆ ਹੋਇਆ ਮੰਤਰ ਮੇਰੇ ਘਰ ਦਾ ਕੀ ਸਵਾਰੇਗਾ।
ਤੇ ਸਾਡੇ ਲੋਕ ਲੈਂਦੇ ਨੇ। ਵਪਾਰ ਹੁੰਦਾ ਤਾਂ ਹੀ ਚੱਲਦਾ ਹੈ ਨਾ। ਜਿਹੜੇ ਟੈਲੀਵਿਜ਼ਨ 'ਤੇ ਐਡਾ ਵੱਡਾ ਵਿਗਿਆਪਨ ਦੇ ਰਹੇ ਨੇ, ਉਹਨਾਂ ਦਾ ਖਰਚਾ ਹੋ ਰਿਹਾ। ਉਹ ਖਰਚਾ ਤਾਂ ਹੀ ਕਰਦੇ ਪਏ ਨਾ ਜੇ ਸਾਡੇ ਲੋਕ ਵੇਖਦੇ ਤੇ ਮੰਗਾਉਂਦੇ। ਗੁਰਮੁਖਾ ਯੁੱਗ ਮਹਿੰਗਾਈ ਦਾ, ਜਿਹੜਾ ਤੂੰ ਕਹਿੰਦਾ ਨਾ ਬਰਕਤ ਨਹੀਂ ਪੈਂਦੀ, ਉਹਦਾ ਕਾਰਨ ਇਹ ਵੀ ਯੁੱਗ ਮਹਿੰਗਾਈ ਦਾ ਹੋ ਗਿਆ। ਤੈਨੂੰ ਇਹ ਤਾਂ ਪਤਾ ਵੀ ਤਨਖਾਹ ਮੇਰੀ 15,000 ਹੈ, ਉਹ ਆਉਂਦੀ ਪਈ ਹੈ ਮਹੀਨੇ ਪਿੱਛੋਂ, ਪਰ ਜਿਹੜੇ ਰੋਜ਼ 200-200 ਕਰਕੇ 500-500 ਲੱਗਦੇ ਨੇ, ਸੌਦਾ ਲੈ ਆਂਦਾ, ਸਬਜ਼ੀ ਲੈ ਆਂਦੀ, ਹੋਰ ਕਿਸੇ ਆਏ ਗਏ ਉਹਨੂੰ ਦੇ ਦਿੱਤੇ, ਕਿਤੇ ਆਪ ਚਲੇ ਗਏ। ਜਿਹੜੇ ਰੋਜ਼ ਦੇ ਖਰਚੇ ਨੇ ਉਹ ਕਿਉਂ ਨਹੀਂ ਗਿਣਦਾ ਪਿਆ? ਆਪਣੇ ਘਰ ਦੇ ਵਿੱਚ ਇੱਕ ਕਾਪੀ ਪੈਨ ਰੱਖ, ਰੋਜ਼ ਦਾ ਰੋਜ਼ ਆਪਣਾ ਖਰਚਾ ਲਿਖ, ਤੇ ਤੇਰਾ ਟੋਟਲ ਪੂਰਾ ਹੀ ਹੋਵੇਗਾ। ਜਿੰਨੀ ਤਨਖਾਹ ਮਿਲੀ ਹੈ ਉਨਾ ਹੀ ਹੋਵੇਗਾ, ਤੇਰੇ ਬਜਟ ਤੋਂ ਬਾਹਰ ਹੀ ਨਹੀਂ ਜਾਏਗਾ। ਹੁਣ ਤੂੰ ਗੱਲ ਇਹ ਕਹਿੰਦਾ ਵੀ ਮੈਂ ਕੰਮ ਵੀ ਸਾਰੇ ਕਰ ਲਵਾਂ, ਸਾਰਿਆਂ ਨਾਲ ਨਿਭੀ ਵੀ ਜਾਵਾਂ, ਤੇ ਟਰੰਕ ਮੇਰਾ ਫਿਰ ਵੀ ਭਰਿਆ ਰਵੇ, ਅਲਮਾਰੀ ਤਿਜੋਰੀ ਫਿਰ ਵੀ ਭਰੀ ਰਵੇ, ਤੇ ਗੁਰਮੁਖਾ ਆਮਦਨ ਦੇ ਨਾਲ ਹੀ ਹੈ। ਜਿੰਨੀ ਆਮਦਨ ਹੈ ਉਸ ਹਿਸਾਬ ਨਾਲ ਹੀ ਬਰਕਤ ਪੈਣੀ ਹੈ। ਹਾਂ, ਇਹੋ ਗੱਲ ਤੁਸੀਂ ਕਿਸੇ ਪਖੰਡੀ ਸਾਧ ਨੂੰ ਕਹਿ ਦਿਓ, ਉਹਨੇ ਕਹਿਣਾ ਵੀ ਫਲਾਣੀ ਗੁਆਂਢਣ ਤੁਹਾਡੀ ਬੜੀ ਚੰਦਰੀ ਹੈ, ਉਹਨੇ ਤੇ ਬੜਾ ਵੱਡਾ ਮੰਤਰ ਮਾਰਿਆ। ਉਹ ਮੰਤਰ ਨੂੰ ਕੇਵਲ ਮੈਂ ਹੀ ਠੀਕ ਕਰ ਸਕਦਾ, ਇੰਨੇ ਪੈਸੇ ਰੱਖੋ, ਤੇ ਮੰਤਰ ਹੁਣੇ ਛੱਡ ਦਿੰਦਾ। ਅਸੀਂ ਉਸੇ ਤਰ੍ਹਾਂ ਹੀ ਕਰਾਂਗੇ। ਮਹਾਰਾਜ ਕਹਿਣ ਲੱਗੇ, ਇਹਨਾਂ ਭਰਮਾਂ ਪਖੰਡਾਂ ਤੋਂ ਉੱਠ ਜਾ, ਪਰੇ ਹੋ ਜਾ, ਕੁਝ ਨਹੀਂ ਰੱਖਿਆ ਇਹਨਾਂ ਵਿੱਚ। ਤੈਸੇ ਗੁਰਬਾਣੀ ਵਿਖੇ ਸਕਲ ਪਦਾਰਥ ਹੈ। ਗੁਰੂ ਗ੍ਰੰਥ ਸਾਹਿਬ ਦੀ ਬਾਣੀ ਵਿੱਚ ਸਾਰੇ ਭੰਡਾਰੇ, ਸਾਰੇ ਖਜ਼ਾਨੇ ਭਰੇ ਹੋਏ। ਪਰ ਜੇ ਤੂੰ ਪਖੰਡੀਆਂ ਵੱਲੇ ਜਾਵੇਂਗਾ ਉੱਥੋਂ ਤੇ ਕੁਝ ਨਹੀਂ ਮਿਲਣਾ। ਜੇ ਗੁਰੂ ਗ੍ਰੰਥ ਸਾਹਿਬ ਦੀ ਬਾਣੀ ਦਾ ਨਿਤਨੇਮ ਕਰੇਗਾ, ਗੁਰਬਾਣੀ ਦਾ ਪਾਠ ਕਰੇਗਾ, ਸ਼ਬਦ ਨੂੰ ਜਪੇਗਾ, ਗੁਰਬਾਣੀ ਦੇ ਵਿੱਚੋਂ ਕਿਹੜਾ ਖਜ਼ਾਨਾ ਜਿਹੜਾ ਨਹੀਂ ਮਿਲਦਾ? ਕੱਲਾ ਤੈਨੂੰ ਹੀ ਨਹੀਂ, ਤੂੰ ਐਡਾ ਵੱਡਾ ਮਾਲਕ ਹੋ ਜਾਵੇਂਗਾ, ਖਜ਼ਾਨੇ ਗਾਂਹ ਵੰਡਣ ਲੱਗ ਪਵੇਂਗਾ। ਆਪਾਂ ਜਾਂਦੇ ਨਾ ਸੰਤਾਂ ਮਹਾਤਮਾ ਕੋਲ, ਗੁਰਮੁਖਾਂ ਕੋਲ, ਨਾਮ ਜਪਣ ਵਾਲਿਆਂ ਕੋਲ, ਤੂੰ ਸਾਡੀਆਂ ਝੋਲੀਆਂ ਭਰ ਦਿੰਦੇ ਨਾ ਬਚਨ ਕਰਕੇ। ਪਦਾਰਥ ਉਹਨਾਂ ਨੇ ਲਿਆ, ਉਹ ਲੈ ਕੇ ਫਿਰ ਵੀ ਸਾਡੀ ਝੋਲੀ ਭਰਦੇ ਪਏ। ਜੇ ਤੂੰ ਜਪੇਂਗਾ ਤੇ ਤੇਰੀ ਝੋਲੀ ਕਿਉਂ ਨਹੀਂ ਭਰੇਗੀ? ਤੈਨੂੰ ਦਾਤ ਕਿਉਂ ਨਹੀਂ ਮਿਲੇਗੀ? ਮਿਲੇਗੀ ਜ਼ਰੂਰ। ਗੁਰਬਾਣੀ ਦੇ ਵਿੱਚ ਕਿਹੜਾ ਇਹੋ ਜਿਹਾ ਪਦਾਰਥ, ਕਿਹੜੀ ਇਹੋ ਜਿਹੀ ਵਸਤੂ ਹੈ ਜਿਹੜੀ ਨਾ ਮਿਲੇ ਗੁਰੂ ਕਾ ਸਿੱਖ ਪੜ੍ਹੇ? ਭਾਈ ਗੋਪਾਲਾ ਜੀ ਨੇ ਇੱਕ ਪਾਠ ਸੁਣਾਇਆ, ਇੱਕੋ ਪਾਠ ਜਪਜੀ ਸਾਹਿਬ ਦਾ ਭਾਈ ਗੋਪਾਲਾ ਜੀ ਨੇ ਗੁਰੂ ਹਰਗੋਬਿੰਦ ਪਾਤਸ਼ਾਹ ਨੂੰ ਸਰਵਣ ਕਰਵਾਇਆ। ਪਰ ਗੁਰਮੁਖੋ ਅਸੀਂ ਇਹ ਸਾਖੀ ਸਰਵਣ ਕਰਦੇ ਹਾਂ ਵੀ ਇੱਕ ਪਾਠ ਸਰਵਣ ਕਰਵਾਇਆ। ਉਸ ਇੱਕ ਪਾਠ ਦੇ ਪਿੱਛੇ ਉਹਨੇ ਕਿੰਨੇ ਪਾਠ ਕੀਤੇ ਇਹਦਾ ਸਾਨੂੰ ਨਹੀਂ ਪਤਾ। ਬਚਨ ਆਉਂਦਾ ਨਾ, ਮਹਾਰਾਜ ਨੇ ਆਖਿਆ ਵੀ ਮਨ ਟਿਕਾ ਕੇ ਪਾਠ ਸੁਣਾਉਣਾ, ਤੇ ਮਨ ਪਹਿਲਾ ਪਾਠ ਕੀਤਿਆਂ ਤੇ ਨਹੀਂ ਨਾ ਟਿਕਿਆ ਹੋਵੇਗਾ। ਉਹਦੇ ਤੋਂ ਪਹਿਲਾਂ ਉਹਨੇ ਕਿੰਨਾ ਅਭਿਆਸ ਕੀਤਾ ਹੋਵੇਗਾ, ਉਹਦੀ ਉਮਰਾਂ ਕਿੰਨੀ ਹੋਵੇਗੀ? 30 ਸਾਲ ਦੀ ਉਮਰਾਂ ਦਾ ਹੋਵੇਗਾ, 40 ਸਾਲ ਦੀ ਉਮਰਾਂ ਦਾ ਹੋਵੇਗਾ। ਉਹ ਕਦੋਂ ਤੋਂ ਨਿਤਨੇਮ ਕਰਨ ਲੱਗਾ ਹੋਵੇਗਾ, ਕਦੋਂ ਤੋਂ ਮਨ ਟਿਕਾਉਣ ਲੱਗਾ ਹੋਵੇਗਾ, ਜਿਹਦਾ ਹੌਲੀ ਹੌਲੀ ਬਾਣੀ ਪੜ੍ਹਦਿਆਂ ਪੜ੍ਹਦਿਆਂ, ਜੀਵਨ ਕਮਾਉਂਦਿਆਂ ਕਮਾਉਂਦਿਆਂ ਫਿਰ ਜਾ ਕੇ ਮਨ ਟਿਕਿਆ ਹੋਵੇਗਾ ਨਾ। ਹੁਣ ਆਪਾਂ ਸਾਰੇ ਇੱਥੇ ਬੈਠੇ ਹਾਂ, ਵੱਖੋ ਵੱਖਰੀ ਆਪਣੀ ਉਮਰਾਂ ਹੈ, ਨਿਤਨੇਮ ਤੇ ਆਪਾਂ ਵੀ ਕਰਦੇ। ਆਪਣਾ ਮਨ ਕਿੰਨਾ ਕੁ ਟਿਕਦਾ ਹੈ ਇਹ ਸਾਨੂੰ ਪਤਾ ਹੈ। ਮਨ ਟਿਕਾਉਣ ਵਾਸਤੇ ਅਭਿਆਸ ਦੀ ਲੋੜ ਪੈਂਦੀ ਹੈ, ਕਮਾਈ ਦੀ ਲੋੜ ਪੈਂਦੀ ਹੈ, ਜੀਵਨ ਦੀ ਲੋੜ ਪੈਂਦੀ ਹੈ। ਮਨ ਟਿਕਾਉਣ ਵਾਸਤੇ ਨਾਮ ਦੀ ਕਮਾਈ ਕਰਨੀ ਪੈਂਦੀ, ਫਿਰ ਜਾ ਕੇ ਮਨ ਟਿਕਦਾ। ਪਾਠ ਭਾਵੇਂ ਇੱਕ ਸੁਣਾਇਆ, ਪਰ ਉਹਦੇ ਇੱਕ ਪਾਠ ਦੇ ਵਿੱਚ ਕਈਆਂ ਪਾਠਾਂ ਦੀ ਬੰਦਗੀ ਹੈ, ਕਈਆਂ ਪਾਠਾਂ ਦੀ ਮਿਹਨਤ ਹੈ। ਅਸੀਂ ਕਿਸੇ ਅਫਸਰ ਕੋਲ ਚਲੇ ਜਾਂਦੇ ਨਾ, ਉਹਦੇ ਸਾਈਨ ਕਰਵਾਉਣ ਵਾਸਤੇ 1 ਮਿੰਟ ਲਾਉਂਦਾ, ਝੱਟ ਸਾਈਨ ਕਰ ਦਿੰਦਾ। ਮੂੰਹ ਮੰਗੀ ਉਹ ਕੀਮਤ ਮੰਗਦਾ 10,000 ਦੇ, 20,000 ਦੇ। ਅਸੀਂ ਸੋਚਦੇ ਵੀ ਇਹਨੇ ਲਾਇਆ ਤੇ 1 ਮਿੰਟ ਵੀ ਨਹੀਂ, ਤੇ 1 ਮਿੰਟ ਦੇ ਇੰਨੇ ਪੈਸੇ। ਪਰ ਗੁਰਮੁਖੋ ਜਿਹੜੀ ਕੁਰਸੀ ਤੇ ਉਹ ਬੈਠਾ ਹੈ ਨਾ, ਉਹ ਕੁਰਸੀ ਤੇ ਬੈਠਣ ਵਾਸਤੇ ਉਹਨੂੰ ਕਈ ਸਾਲ ਲੱਗੇ ਨੇ। ਉਹ ਆਪਣੇ ਕਈ ਸਾਲਾਂ ਦੀ ਮਿਹਨਤ ਵਾਸਤੇ ਉਹ ਕਹਿ ਰਿਹਾ ਵੀ ਲਿਆ ਭਾਈ। ਇਸੇ ਤਰ੍ਹਾਂ ਭਾਈ ਗੋਪਾਲਾ ਨੇ ਪਾਠ ਸੁਣਾਇਆ। ਮਹਾਰਾਜ ਗੁਰੂ ਹਰਗੋਬਿੰਦ ਮਹਾਰਾਜ ਕਹਿਣ ਲੱਗੇ, ਸਿੱਖ ਨੂੰ ਗੁਰਤਾ ਗੱਦੀ ਦਈਏ, ਦੁਨੀਆ ਦਾ ਰਾਜ ਛੋਟਾ ਹੈ, ਗੁਰਬਾਣੀ ਦਾ ਪਾਠ ਵੱਡਾ ਹੈ। ਗੁਰਬਾਣੀ ਦਾ ਪਾਠ ਵੱਡੀ ਬਰਕਤ ਵਾਲਾ, ਦੁਨੀਆ ਦਾ ਪਦਾਰਥ ਛੋਟੀ ਵਸਤੂ ਹੈ, ਇਹਨੂੰ ਗੁਰਤਾ ਗੱਦੀ ਦਈਏ।
ਸਿੱਖ ਦੇ ਮਨ ਵਿੱਚ ਆਇਆ, ਮਹਾਰਾਜ ਮੈਨੂੰ ਘੋੜਾ ਦੇ ਦਿੰਦੇ ਕਾਠੀ ਦੇ ਸਮੇਤ। ਸਤਿਗੁਰਾਂ ਨੇ ਉਹ ਚੀਜ਼ਾਂ ਦਿੱਤੀਆਂ। ਕਹਿਣ ਤੋਂ ਭਾਵ ਇਹ ਹੈ, ਤੈਸੇ ਗੁਰਬਾਣੀ ਵਿਖੇ ਸਕਲ ਪਦਾਰਥ ਹੈ। ਗੁਰਬਾਣੀ ਵਿੱਚ ਸਾਰੀਆਂ ਹੀ ਵਸਤੂਆਂ ਮਿਲਦੀਆਂ। ਇੱਥੋਂ ਰਿਜ਼ਕ ਵੀ ਮਿਲੇਗਾ, ਇੱਥੋਂ ਮੁਕਤੀ ਵੀ ਮਿਲੇਗੀ, ਇੱਥੋਂ ਦੁਨੀਆ ਦੇ ਪਦਾਰਥ ਤੇ ਸੁੱਖ ਵੀ ਮਿਲਣਗੇ। ਕਿਹੜਾ ਅਧੇ ਪਦਾਰਥ ਹੈ ਜਿਹੜਾ ਨਾ ਮਿਲੇ? ਪਰ ਜੋਈ ਜੋਈ ਖੋਜੈ ਸੋਈ ਸੋਈ ਨਿਪਜਾਵਈ। ਭਾਈ ਗੁਰਦਾਸ ਜੀ ਕਹਿਣ ਲੱਗੇ, ਗੁਰੂ ਗ੍ਰੰਥ ਸਾਹਿਬ ਦੇ ਵਿੱਚੋਂ ਜਿਹੜਾ ਜਿਹੜਾ ਲੱਭੇਗਾ ਪ੍ਰਾਪਤੀ ਉਹਨੂੰ ਹੋਵੇਗੀ, ਜਿਹੜਾ ਲੱਭੇਗਾ ਹੀ ਨਹੀਂ ਉਹਨੂੰ ਪ੍ਰਾਪਤੀ ਕੀ ਹੋਣੀ? ਮੰਨ ਲਓ ਵੀ ਮੈਂ ਗੁਰੂ ਗ੍ਰੰਥ ਸਾਹਿਬ ਦੇ ਦਰਸ਼ਨ ਹੀ ਨਹੀਂ ਕੀਤੇ, ਮੈਨੂੰ ਪਤਾ ਹੀ ਨਹੀਂ ਬਾਣੀ 'ਚ ਲਿਖਿਆ ਕੀ ਹੈ, ਤੇ ਫਿਰ ਮੈਨੂੰ ਕੀ ਮਿਲੇਗਾ? ਕੁਝ ਨਹੀਂ। ਮੈਨੂੰ ਦਰਸ਼ਨ ਕਰਨੇ ਪੈਣਗੇ, ਗੁਰਬਾਣੀ ਮੈਨੂੰ ਪੜ੍ਹਨੀ ਪਵੇਗੀ, ਕਮਾਈ ਕਰਨੀ ਪਵੇਗੀ, ਫਿਰ ਮਿਲੇਗਾ। ਇਹ ਜੋ ਕੁਝ ਅਸੀਂ ਲਈ ਬੈਠੇ ਹਾਂ ਨਾ ਅੱਜ ਆਪਣੇ ਮਨੁੱਖਾ ਜੋ ਸਾਡੇ ਕੋਲ ਘਰ-ਬਾਰ ਹੈ, ਪੈਸਾ ਧੇਲਾ ਸੁੱਖ ਨੇ, ਇਹ ਸਾਡੇ ਪਿਛਲੇ ਜਨਮਾਂ ਦੀ ਕੀਤੀ ਕਮਾਈ ਹੈ। ਉਹਦਾ ਅਸੀਂ ਸੁੱਖ ਇੱਥੇ ਭੋਗਦੇ ਪਏ ਹਾਂ। ਆਪਾਂ ਆਖਦੇ ਮੈਨੂੰ ਕੀ ਲੋੜ ਹੈ, ਮੈਨੂੰ ਤਾਂ ਸਭ ਕੁਝ ਮਿਲਿਆ ਠੀਕ ਹੈ, ਪਿਛਲੇ ਜਨਮ ਦੀ ਕਮਾਈ ਛਕਦਾ ਪਿਆ, ਪਰ ਅੱਗੇ ਜਾ ਕੇ ਕੀ ਖਾਣਾ ਉਹਦੇ ਵਾਸਤੇ ਪ੍ਰਬੰਧ ਕਰ ਲਾ, ਨਾਮ ਜਪ ਲਾ, ਨਹੀਂ ਤੇ ਅੱਗੇ ਜਾ ਕੇ ਟੇਢੀਆਂ ਜੂਨਾਂ ਪ੍ਰਾਪਤ ਹੋਣਗੀਆਂ। ਤੈਸੇ ਗੁਰਬਾਣੀ ਵਿਖੇ ਸਕਲ ਪਦਾਰਥ ਹੈ, ਜੋਈ ਜੋਈ ਖੋਜੈ ਸੋਈ ਸੋਈ ਨਿਪਜਾਵਈ। ਭਾਈ ਗੁਰਦਾਸ ਜੀ ਕਹਿਣ ਲੱਗੇ, ਗੁਰਬਾਣੀ ਵਿੱਚ ਪਦਾਰਥ ਤੇ ਸਾਰੇ ਹੀ ਨੇ, ਪਰ ਲੱਭੇਗਾ ਜਿਹੜਾ ਪ੍ਰਾਪਤ ਉਹਨੂੰ ਹੋਵੇਗਾ। ਗੁਰੂ ਅਰਜਨ ਦੇਵ ਪਾਤਸ਼ਾਹ ਕਹਿਣ ਲੱਗੇ, ਚਿੱਤ ਜੇ ਚਿਤਵਿਆ ਸੋ ਮੈਂ ਪਾਇਆ। ਜੋ ਮੈਂ ਮਨ ਵਿੱਚ ਸੋਚਿਆ ਸੀ ਉਹ ਗੁਰੂ ਗ੍ਰੰਥ ਸਾਹਿਬ ਦੀ ਬਾਣੀ ਪੜ੍ਹ ਕੇ ਗੁਰੂ ਗ੍ਰੰਥ ਸਾਹਿਬ ਦੇ ਵਿੱਚੋਂ ਲੱਭਿਆ, ਉਹ ਮੈਨੂੰ ਮਿਲ ਗਿਆ, ਮੈਨੂੰ ਪ੍ਰਾਪਤ ਹੋ ਗਿਆ। ਜੋ ਮੈਂ ਸੋਚਦਾ ਸੀ ਉਹ ਗੁਰੂ ਗ੍ਰੰਥ ਸਾਹਿਬ ਵਿੱਚੋਂ ਮਿਲਿਆ। ਪਰ ਮਿਲਿਆ ਕਿਵੇਂ ਹੈ? ਜਿਵੇਂ ਸਮੁੰਦਰ ਵਿੱਚ ਟੁੱਬੀ ਲਾ ਕੇ ਹੀਰਾ ਲੱਭਦਾ, ਚੰਦਨ ਵਿੱਚ ਜੰਗਲ ਵਿੱਚ ਗੇੜਾ ਲਾ ਕੇ ਚੰਦਨ ਲੱਭਦਾ, ਪਹਾੜਾਂ ਦੇ ਉੱਪਰ ਜਾ ਕੇ ਜਿਵੇਂ ਬੜੇ ਬੜੇ ਰਹੱਸ ਜਿਹੜੇ ਨੂੰ ਮਿਲ ਜਾਂਦੇ ਨੇ, ਇਸੇ ਤਰ੍ਹਾਂ ਗੁਰਮੁਖਾ ਗੁਰਬਾਣੀ ਪੜ੍ਹ ਕੇ ਸਾਰੇ ਪਦਾਰਥ ਮਿਲ ਜਾਂਦੇ। ਇੱਕ ਵਾਰੀ ਆਖੀਏ ਸਤਨਾਮ ਸ੍ਰੀ ਵਾਹਿਗੁਰੂ। ਐਸੀਆਂ ਦਾਤਾਂ ਮਹਾਰਾਜ ਬਖਸ਼ਦੇ ਹਨ। ਨਾਨਕ ਨਾਮ ਧਿਆਏ ਸੁਖ ਸੁਭਾਇਆ। ਗੁਰੂ ਪਾਤਸ਼ਾਹ ਕਹਿਣ ਲੱਗੇ, ਨਾਮ ਧਿਆ ਕੇ ਸੁਖ ਸਬਾਇਆ। ਸਬਾਇਆ ਤੋਂ ਭਾਵ ਹੁੰਦਾ ਸਾਰੇ ਸਾਰੇ ਸੁਖ ਮਿਲ ਜਾਂਦੇ, ਪਰ ਮਿਲਦੇ ਨਾਮ ਨੂੰ ਜਪ ਕੇ। ਜੇ ਨਾਮ ਬਿਨਾਂ ਸੁਖ ਨਹੀਂ ਜੇ ਮਿਲਦਾ। ਡਿੱਠਾ ਸਭ ਸੰਸਾਰ ਸੁਖ ਨਾ ਨਾਮ ਬਿਨ। ਨਾਮ ਤੋਂ ਬਿਨਾਂ ਸੁਖ ਨਹੀਂ ਮਿਲਿਆ, ਨਾ ਕਿਸੇ ਨੂੰ ਮਿਲਣਾ। ਇਹ ਮਿਲੇਗਾ ਉਦੋਂ ਜਦੋਂ ਗੁਰਮੁਖਾ ਤੂੰ ਨਾਮ ਜਪੇਗਾ। ਸਤਿਗੁਰੂ ਪਾਤਸ਼ਾਹ ਕਹਿਣ ਲੱਗੇ, ਨਾਨਕ ਨਾਮ ਧਿਆਏ ਸੁਖ ਸਬਾਇਆ। ਸਾਰੇ ਸੁਖ ਪ੍ਰਾਪਤ ਹੋਣਗੇ, ਪਰ ਹੁੰਦੇ ਨਾਮ ਜਪ ਕੇ ਹਨ। ਸ਼ੰਤ ਅਬ ਮਨ ਛੂਟ ਗਿਆ ਸਾਧੂ ਸੰਗ ਮਿਲੈ। ਮਹਾਰਾਜ ਕਹਿਣ ਲੱਗੇ, ਸਾਧੂਆਂ ਦੀ ਸੰਗਤ, ਧੰਨ ਗੁਰੂ ਗ੍ਰੰਥ ਸਾਹਿਬ ਪਾਤਸ਼ਾਹ ਦੀ ਸੰਗਤ, ਜਿਸ ਸੰਗਤ ਵਿੱਚ ਆ ਕੇ ਬੈਠੇ ਹੋ, ਇਸ ਸੰਗਤ ਵਿੱਚ ਆਉਣ ਕਰਕੇ ਅਬ ਮਨ ਛੂਟ ਗਿਆ। ਹੁਣ ਮਨ ਮੇਰਾ ਮੋਹ ਤੋਂ ਛੁੱਟ ਗਿਆ। ਜਿਹੜਾ ਮੋਹ ਪਾ ਕੇ ਬੈਠਾ ਸੀ ਨਾ, ਪੁੱਤਰਾਂ ਦਾ, ਧੀਆਂ ਦਾ, ਸਾਕ ਸੰਬੰਧੀਆਂ ਦਾ, ਰਿਸ਼ਤੇਦਾਰਾਂ ਦਾ, ਸਰੀਰਾਂ ਦਾ ਮੋਹ ਪਾ ਕੇ ਬੈਠਾ ਸੀ, ਉਹ ਮੋਹ ਹੁਣ ਛੁੱਟ ਗਿਆ ਮੇਰੇ ਮਨ ਵਿੱਚੋਂ, ਮੋਹ ਨਹੀਂ ਰਹਿ ਗਿਆ। ਹੁਣ ਪਤਾ ਲੱਗ ਗਿਆ ਵੀ ਮੇਰੀ ਤੇ ਡਿਊਟੀ ਹੈ, ਬਸ ਡਿਊਟੀ ਤੱਕ ਮੈਂ ਸੀਮਤ ਹਾਂ। ਪਰ ਮਹਾਰਾਜ ਕਹਿਣ ਲੱਗੇ, ਮੋਹ ਛੁੱਟਿਆ ਉਦੋਂ ਹੈ ਜਦੋਂ ਗੁਰੂ ਗ੍ਰੰਥ ਸਾਹਿਬ ਦੀ ਸੰਗਤ ਮਿਲੀ ਹੈ। ਪਹਿਲਾਂ ਤੇ ਮੋਹ ਵਿੱਚ ਬੜਾ ਰੋਂਦਾ ਪਿਆ, ਬੜਾ ਦੁਖੀ ਹੁੰਦਾ ਪਿਆ, ਹਾਏ ਇਹ ਕਿਉਂ ਨਹੀਂ ਮਿਲਿਆ, ਹਾਏ ਇਹ ਕਿਉਂ ਨਹੀਂ ਹੋਇਆ। ਪਰ ਹੁਣ ਪਤਾ ਲੱਗ ਗਿਆ ਵੀ ਇਹ ਕਰਮਾਂ ਨਾਲ ਹੀ ਮਿਲਣਾ, ਕਰਮਾਂ ਨਾਲ ਹੀ ਹੋਣਾ। ਇਹ ਤੇ ਗੁਰੂ ਗ੍ਰੰਥ ਸਾਹਿਬ ਨੇ ਸਾਨੂੰ ਗਿਆਨ ਦਿੱਤਾ ਹੈ। ਕਹਿਣ ਲੱਗੇ, ਉਹ ਗਿਆਨ ਲੈ ਕੇ ਹੁਣ ਮੇਰਾ ਮਨ ਛੁੱਟ ਗਿਆ ਹੈ, ਮੋਹ ਤੋਂ ਪਰੇ ਹੋ ਗਿਆ ਹੈ। ਗੁਰਮੁਖ ਨਾਮ ਲਿਆ ਜੋਤੀ ਜੋਤ ਰਲੇ। ਗੁਰਾਂ ਨੇ ਜਿਸ ਵੇਲੇ ਨਾਮ ਬਖਸ਼ਿਸ਼ ਕੀਤਾ, ਧੰਨ ਗੁਰੂ ਗ੍ਰੰਥ ਸਾਹਿਬ ਨੇ ਪੰਜਾਂ ਪਿਆਰਿਆਂ ਦੇ ਰੂਪ ਦੇ ਵਿੱਚ ਨਾਮ ਨੂੰ ਜਪ ਕੇ, ਉਹ ਜਿਹੜਾ ਜੋਤੀ ਸਰੂਪ ਪਰਮਾਤਮਾ ਹੈ, ਉਹਦੇ ਵਿੱਚ ਮੇਰੀ ਜੋਤ ਮਿਲ ਗਈ। ਸੂਰਜ ਕਿਰਨ ਮਿਲੇ ਜਲ ਕਾ ਜਲ ਹੁਆ, ਰਾਮ ਜੋਤੀ ਜੋਤ ਰਲੀ ਸੰਪੂਰਨ ਥੀ ਯਾਰਾ।
ਨਾਮ ਜਪ ਕੇ ਉਸ ਜੋਤੀ ਪ੍ਰਮਾਤਮਾ ਵਿੱਚ ਲੀਨ ਹੋ ਗਏ। ਹਾਂ, ਹਰ ਨਾਮ ਸਿਮਰਤ ਮਿਟੈ ਕਿਲ ਬਿਖ ਬੁਝੀ ਤਪਤ ਅਗਾਨਿਆ। ਮਹਾਰਾਜ ਕਹਿਣ ਲੱਗੇ ਹਰ ਨਾਮ ਸਿਮਰਤ ਮਿਟੇ ਕਿਲ ਬਿਖ। ਨਾਮ ਨੂੰ ਜਪ ਕੇ ਕਿਲ ਬਿਖ ਬੱਜਰ ਪਾਪ ਮਿਟ ਜਾਂਦੇ, ਨਾਸ ਹੋ ਜਾਂਦੇ ਹਨ। ਬੁਝੀ ਤਪਤ ਅਗਾਨਿਆ। ਬੁਝੀ ਤਪਤ, ਬੁਝੀ ਤੋਂ ਭਾਵ ਬੁਝ ਗਈ। ਜਿਹੜੀ ਤ੍ਰਿਸ਼ਨਾ ਦੀ ਤਪਸ਼ ਸੀ ਨਾ, ਤ੍ਰਿਸ਼ਨਾ ਕੀ ਹੈ? ਆਹ ਮਿਲ ਜਾਵੇ, ਹੋਰ ਮਿਲ ਜਾਵੇ, ਹੋਰ ਮਿਲ ਜਾਵੇ। ਇਹ ਜਿਹੜੀ ਤ੍ਰਿਸ਼ਨਾ, ਇਹਦੀ ਤਪਸ਼, ਸੇਕ ਇਹਦਾ ਖਤਮ ਹੋ ਗਿਆ। ਅਗਾਨਿਆ ਕਹੀਏ ਸਦਾ ਵਾਸਤੇ ਰੱਜ ਗਏ। ਹਾਂ, ਗੈ ਪੁਜਾ ਲੀਨੇ ਦਇਆ ਕੀਨੇ ਆਪਣੇ ਘਰ ਮਾਨਿਆ। ਜਿਸ ਵੇਲੇ ਗੁਰੂ ਪਾਤਸ਼ਾਹ ਨੇ ਦਇਆ ਕੀਤੀ, ਉਸ ਵੇਲੇ ਮਹਾਰਾਜ ਜੀਆਂ ਨੇ ਗਹਿ ਪੁਜਾ ਲੀਨੇ, ਬੁੱਧੀ ਰੂਪੀ ਬਾਂਹ ਤੋਂ ਫੜ ਲਿਆ। ਜਿਵੇਂ ਕਿਸੇ ਅੰਨੇ ਬੰਦੇ ਦੀ ਬਾਂਹ ਫੜੀਏ ਤੇ ਉਹਨੂੰ ਨਾਲ ਆਸਰਾ ਦੇ ਕੇ ਤੋਰ ਲਈਦਾ, ਉਹਨੂੰ ਚੱਲ ਇੱਧਰ ਨੂੰ ਚੱਲ, ਇੱਧਰ ਨੂੰ ਚੱਲ, ਉਹ ਅੰਨਾ ਨਾਲ ਤੁਰਿਆ ਆਉਂਦਾ। ਇਸੇ ਤਰ੍ਹਾਂ ਗੁਰੂ ਨੇ ਸਾਡੀ ਬੁੱਧੀ ਨੂੰ ਪਕੜ ਲਿਆ, ਬੁੱਧੀ ਨੂੰ ਪ੍ਰੇਰਿਆ, ਚੱਲ ਭਾਈ ਗੁਰੂ ਕਿਹਾ ਸਿੱਖਾ, ਆਹ ਕੰਮ ਕਰ, ਆਹ ਕੰਮ ਕਰ। ਤੇ ਫਿਰ ਜਦੋਂ ਗੁਰੂ ਦੇ ਦੱਸੇ ਰਸਤੇ ਦੇ ਉੱਪਰ ਕਾਰਜ ਕਰਾਂਗੇ, ਗੁਰੂ ਦੇ ਦੱਸੇ ਮੁਤਾਬਕ ਕੰਮ ਕਰਾਂਗੇ, ਮੰਜ਼ਿਲ ਤੇ ਪਹੁੰਚਾਂਗੇ। ਅੰਨੇ ਬੰਦੇ ਨੇ ਯਕੀਨ ਕੀਤਾ ਵੀ ਇਹ ਬੰਦਾ ਮੇਰੀ ਬਾਂਹ ਫੜ ਕੇ ਮੈਨੂੰ ਮੰਜ਼ਿਲ ਤੇ ਲੈ ਜਾਏਗਾ। ਉਹਦੇ ਮੁਤਾਬਕ ਚੱਲਦਾ ਰਿਹਾ ਤੇ ਮੰਜ਼ਿਲ ਤੇ ਪਹੁੰਚ ਗਿਆ। ਜਦੋਂ ਗੁਰੂ ਤੇ ਭਰੋਸਾ ਕਰਾਂਗੇ ਵੀ ਗੁਰੂ ਨੇ ਸਾਡੀ ਬੁੱਧੀ ਰੂਪੀ ਬਾਂਹ ਫੜ ਲਈ ਹੈ, ਫਿਰ ਗੁਰੂ ਮੰਜ਼ਿਲ ਤੇ ਲੈ ਜਾਂਦਾ। ਦਇਆ ਕੀਨੇ, ਗੁਰੂ ਨੇ ਦਇਆ ਕਰਕੇ ਸਾਡੀ ਬਾਂਹ ਫੜ ਲਈ ਹੈ, ਆਪਣੇ ਕਰ ਮੰਨਿਆ। ਹੁਣ ਆਪਣੇ ਮਨ ਛੱਡਿਆ ਹੈ, ਆਪਣੇ ਕਰਕੇ ਮਨ ਛੱਡਿਆ ਹੈ, ਆਪਣੇ ਮੰਨ ਲਿਆ ਗੁਰੂ ਨੇ। ਸਾਨੂੰ ਐਸੀ ਦਾਤ ਮਿਲੀ ਹੈ। ਲੈ ਅੰਕ ਲਾਏ ਹਰ ਮਿਲਾਏ ਜਨਮ ਮਰਨਾ ਦੁੱਖ ਜਲੇ। ਜਿਸ ਵੇਲੇ ਅੰਕ ਲਾਏ, ਗੁਰੂ ਨੇ ਆਪਣੇ ਗਲੇ ਨਾਲ ਲਾਇਆ, ਉਸ ਵੇਲੇ ਹਰ ਮਿਲਾਏ, ਫਿਰ ਪ੍ਰਮਾਤਮਾ ਨੇ ਆਪਣੇ ਨਾਲ ਮੇਲ ਲਿਆ। ਜਦੋਂ ਪ੍ਰਮਾਤਮਾ ਨੇ ਮੇਲ ਲਿਆ, ਫਿਰ ਜੰਮਣ ਮਰਨ ਦਾ ਦੁੱਖ ਜਲ ਗਿਆ, ਸੜ ਗਿਆ, ਨਾਸ ਹੋ ਗਿਆ, ਦੂਰ ਹੋ ਗਿਆ ਹੈ। ਬਿਨਵੰਤ ਨਾਨਕ ਦਇਆ ਧਾਰੀ ਮੇਲ ਲੀਨੇ ਇੱਕ ਪਲੇ। ਗੁਰੂ ਪਾਤਸ਼ਾਹ ਗੁਰੂ ਅਰਜਨ ਦੇਵ ਮਹਾਰਾਜ ਜੀ ਕਹਿਣ ਲੱਗੇ ਜਿਸ ਵੇਲੇ ਪ੍ਰਮਾਤਮਾ ਨੇ ਦਇਆ ਕੀਤੀ, ਉਸ ਵੇਲੇ ਆਪਣੇ ਨਾਲ ਮੇਲ ਲਿਆ ਇੱਕ ਪਲ ਦੇ ਵਿੱਚ। ਜਦੋਂ ਗੁਰੂ ਨੇ ਮਿਲਣਾ ਨਾ ਪ੍ਰਮਾਤਮਾ ਦੇ ਨਾਲ, ਇੱਕ ਪਲ ਵੀ ਨਹੀਂ ਲੱਗਣਾ, ਇੱਕ ਸਕਿੰਟ ਵੀ ਨਹੀਂ ਲੱਗਣਾ। ਬਸ ਉਹਦੀ ਦਇਆ ਦੀ ਜ਼ਰੂਰਤ ਹੈ। ਜਦੋਂ ਉਹਦੀ ਦਇਆ ਹੋ ਗਈ, ਇੱਕ ਪਲ ਵਿੱਚ ਹੀ ਉਹਨੇ ਆਪਣੇ ਨਾਲ ਮਿਲਾ ਲੈਣਾ। ਸਤਿਗੁਰੂ ਪਾਤਸ਼ਾਹ ਇਹ ਸਾਨੂੰ ਬਖਸ਼ਿਸ਼ ਕਰ ਰਹੇ ਨੇ। ਗੁਰਮੁਖੋ, ਇਹ ਅੱਜ ਦਾ ਸ਼ਬਦ ਆਪਾਂ 705 ਅੰਗ ਦੇ ਉੱਪਰ ਸਰਵਣ ਕੀਤਾ। ਇਹਦੇ ਤੋਂ ਅੱਗੇ ਇੱਕ ਸ਼ਬਦ ਹੋਰ ਰਹਿ ਗਿਆ, ਜਿਹੜੀ ਆਪਾਂ ਵਿਚਾਰ ਕੱਲ੍ਹ ਨੂੰ ਤੇ ਪਰਸੋਂ 2 ਦਿਨਾਂ ਵਿੱਚ ਸਰਵਣ ਕਰਾਂਗੇ। ਅਤੇ ਫਿਰ 12 ਤਰੀਕ ਨੂੰ ਸਵੇਰੇ ਇਸੇ ਟਾਈਮ ਗੁਰਬਾਣੀ ਦੀ ਕਥਾ ਦੀ ਮੱਧ ਅਰਦਾਸ ਹੋਵੇਗੀ। ਆਪ ਸੰਗਤਾਂ ਨੂੰ ਬੇਨਤੀ ਹੈ ਕਿ 12 ਤਰੀਕ ਨੂੰ ਸਵੇਰੇ ਇਸ ਵੇਲੇ ਆਪ ਸੰਗਤਾਂ ਨੇ ਵੱਧ ਤੋਂ ਵੱਧ ਪਹੁੰਚਣ ਦੀ ਕਿਰਪਾਲਤਾ ਕਰਨੀ। ਆਪ ਸੰਗਤਾਂ ਵਾਸਤੇ ਲੰਗਰ ਪ੍ਰਸ਼ਾਦੇ ਦੇ ਲੰਗਰ ਵੀ ਤਿਆਰ ਹੋਣਗੇ ਅਤੇ ਆਪ ਸੰਗਤਾਂ ਵਾਸਤੇ ਜਲੇਬਾਂ ਦੇ ਲੰਗਰ, ਜਲੇਬੀਆਂ ਦੇ ਲੰਗਰ ਵੀ ਆਪ ਸੰਗਤਾਂ ਵਾਸਤੇ ਤਿਆਰ ਹੋਣਗੇ। ਸੋ ਆਪ ਸੰਗਤਾਂ ਨੇ ਵੱਧ ਤੋਂ ਵੱਧ ਅੰਮ੍ਰਿਤ ਵੇਲੇ ਦੇ ਦੀਵਾਨ ਵਿੱਚ ਇਸ ਵੇਲੇ ਅਰਦਾਸ ਵਿੱਚ ਜ਼ਰੂਰ ਹਾਜ਼ਰੀ ਭਰਨੀ, ਕਿਉਂਕਿ ਜਿਹੜੀ ਆਪਾਂ ਕਥਾ ਸਰਵਣ ਕੀਤੀ ਹੈ ਪਿਛਲੇ ਕੁਝ ਸਾਲਾਂ ਤੋਂ, ਉਹਦੀ ਹਾਜ਼ਰੀ ਗੁਰੂ ਪਾਤਸ਼ਾਹ ਦੇ ਚਰਨਾਂ ਵਿੱਚ ਲਵਾਈਏ, ਸਾਡਾ ਭਲਾ ਹੋਵੇ। ਸੋ ਆਪ ਸੰਗਤਾਂ ਨੇ 12 ਤਰੀਕ ਨੂੰ ਗੁਰੂ ਕੇ ਲੰਗਰ ਛਕ ਕੇ ਗੁਰੂ ਘਰ ਦੀਆਂ ਖੁਸ਼ੀਆਂ ਪ੍ਰਾਪਤ ਕਰਨੀਆਂ ਔਰ ਗੁਰਬਾਣੀ ਦੀ ਕਥਾ ਸਰਵਣ ਕਰਕੇ ਅਰਦਾਸ ਵਿੱਚ ਸ਼ਾਮਲ ਹੋ ਕੇ ਆਪਣੀਆਂ ਜ਼ਰੂਰ ਹਾਜ਼ਰੀਆਂ ਲਵਾਉਣੀਆਂ। ਇਹ 12 ਤਰੀਕ ਨੂੰ ਪਰਸੋਂ ਦਾ ਸਵੇਰ ਦਾ ਪ੍ਰੋਗਰਾਮ ਹੈ। ਇਹ ਆਪ ਸੰਗਤ ਨੇ ਬੇਨਤੀ ਪ੍ਰਵਾਨ ਕਰਨੀ। ਦਿਓ ਸੱਜਣ ਅਸੀਸੜੀਆਂ, ਜੋ ਹੋਵੇ ਸਾਹਿਬ ਸੇ ਮਿਲੋ। ਲੈ ਅੰਕ ਲਾਏ ਹਰ ਮਿਲਾਏ ਜਨਮ ਮਰਨਾ ਦੁੱਖ ਜਲੇ। ਬਿਨਵੰਤ ਨਾਨਕ ਦਇਆ ਧਾਰੀ ਮੇਲ ਲੀਨੇ ਇੱਕ ਪਲੇ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।